ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋ ਗਏ ਜੀ ਹਰ ਰੋਜ਼ ਦੀ ਤਰ੍ਹਾਂ। ਮੈਂ ਹਰਜੀਤ ਸਿੰਘ ਗਿੱਲ ਟੋਰਾਂਟੋ ਸਟੂਡੀਓ ਤੋਂ ਤੇ ਮੇਰੇ ਨਾਲ ਜੁੜੇ ਨੇ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ। ਦਸਾਂਝ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਕਹੀਏ, ਨਾਲ ਨਵੇਂ ਵਰੇ ਦੀਆਂ ਮੁਬਾਰਕਾਂ ਦਈਏ। ਨਵਾਂ ਵਰਾ ਚੜ੍ਹ ਗਿਆ ਭਾਰਤ ਵਿੱਚ ਤੇ ਸਾਡੇ ਤੋਂ ਕੁਝ ਕੁ ਘੰਟਿਆਂ ਦੀ ਦੂਰੀ ਤੇ ਆ। ਤੁਹਾਨੂੰ ਸਾਰੇ ਆਪਣੇ ਲਿਸਨਰ ਨੂੰ ਤੇ ਪਰਿਵਾਰਾਂ ਨੂੰ ਨਵੇਂ ਵਰੇ ਲਈ ਖੁਸ਼ ਆਮਦੀਦ ਕਹਿੰਦੇ ਆ, ਵਧਾਈਆਂ ਪੇਸ਼ ਕਰਦੇ ਆ ਤੇ ਉਮੀਦ ਕਰਦੇ ਆ ਕਿ 21ਵੀਂ ਸਦੀ ਦੇ 21ਵੇਂ ਵਰੇ ਵਰਗਾ ਇਹ ਵਰਾ ਨਹੀਂ ਹੋਊਗਾ। ਕੁਝ ਚੰਗੀਆਂ ਖਬਰਾਂ ਵੀ ਅਸੀਂ ਇਹ ਚੋਂ ਸੁਣਾਂਗੇ। ਬਿਲਕੁਲ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਵੇਂ ਹਰਜੀਤ ਗਿੱਲ ਹੋਰਾਂ ਨੇ ਦੱਸਿਆ ਕਿ ਸਾਡੇ ਇੱਧਰਲੇ ਮੁਲਕਾਂ ਦੇ ਵਿੱਚ, ਪੂਰਬੀ ਮੁਲਕਾਂ ਦੇ ਵਿੱਚ ਤਾਂ ਨਵਾਂ ਵਰਾ ਚੜ੍ਹ ਗਿਆ। ਇਸ ਵਕਤ ਭਾਰਤ ਦੇ ਵਿੱਚ ਸਵੇਰ ਦੇ 6:46 ਹੈ, ਯਾਨੀ 2022 ਦੇ ਸਵੇਰ ਦੇ ਵਿੱਚ ਅਸੀਂ ਹੈਗੇ ਹਾਂ ਤੇ ਤੁਸੀਂ ਨਵੇਂ ਸਾਲ ਦੀ ਪੂਰਵ ਸੰਧਿਆ ਦੇ ਵਿੱਚ ਹੋ। ਨਵੇਂ ਸਾਲ ਦੇ ਜਸ਼ਨ ਇੱਧਰਲੇ ਮੁਲਕਾਂ 'ਚ ਜਿਹੜੇ ਆ ਸੰਪੰਨ ਹੋ ਗਏ ਨੇ ਤੇ ਤੁਹਾਡੇ ਜਸ਼ਨ ਚੱਲ ਰਹੇ ਨੇ। ਪਰ ਜਸ਼ਨ ਕਰਦਿਆਂ ਹੋਇਆਂ ਜਿਹੜੀ ਗੱਲ ਕਹੀ ਹਰਜੀਤ ਗਿੱਲ ਹੋਰਾਂ ਨੇ, ਇਹ ਉਮੀਦ ਵੀ ਰੱਖਣੀ ਚਾਹੀਦੀ ਹੈ ਕਿ ਜਿਹੜੇ ਪਿਛਲੇ 2.5-3 ਵਰੇ ਲੰਘੇ ਨੇ, ਸਪੈਸ਼ਲੀ 2020 ਤੇ 2021, 2019 ਦੇ ਅਖੀਰ ਦੇ ਵਿੱਚ ਦੁਨੀਆ ਨੂੰ ਇੱਕ ਨਵੇਂ ਸੰਕਟ 'ਚ ਪਾਇਆ ਗਿਆ ਤੇ ਉਹ ਸੰਕਟ ਵੱਧਦਾ ਇੱਥੇ ਤੱਕ ਆ ਗਿਆ ਕਿ ਹਾਲੇ ਵੀ ਉਹ ਸੰਕਟ ਸਾਡੇ ਸਾਹਮਣੇ ਖੜਾ ਹੈ। ਤੇ ਉਮੀਦ ਕਰਾਂਗੇ ਕਿ 2022 ਜਿਹੜਾ ਆ ਇਹਨਾਂ ਸਾਰੇ ਸੰਕਟਾਂ ਦਾ ਨਿਦਾਨ ਕਰੇਗਾ ਤੇ ਫਿਰ ਤੋਂ ਧਰਤੀ ਦੇ ਉੱਤੇ ਮਨੁੱਖ ਤੇ ਹਰ ਜੀ ਜੰਤ ਜਿਹੜਾ ਆ ਉਹਦੇ ਵਾਸਤੇ ਖੁਸ਼ਹਾਲੀ ਦਾ ਵਕਤ ਆਏਗਾ। ਇਹੀ ਉਮੀਦ ਕੀਤੀ ਜਾਣੀ ਚਾਹੀਦੀ ਹੈ। ਤਮਾਮ ਉਹ ਜਿਹੜੀਆਂ ਬੁਰੀਆਂ ਸਾਡੀਆਂ ਯਾਦਾਂ ਨੇ ਉਹ ਧੋ ਹੋ ਜਾਣਗੀਆਂ ਨਵੇਂ ਵਰੇ ਦੇ ਵਿੱਚ ਖੁਸ਼ਹਾਲੀ ਦੇ ਨਾਲ। ਇਸ ਗੱਲ ਦੀ ਉਮੀਦ ਕਰਾਂਗੇ ਤੇ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਤੇ ਸਾਰੇ ਜੱਗ ਨੂੰ ਨਵੇਂ ਵਰੇ ਦੀਆਂ ਮੁਬਾਰਕਾਂ ਜੀ। ਦਸਾਂਝ ਸਾਹਿਬ, ਜਦੋਂ ਇੱਕ ਸਾਲ ਬੀਤਦਾ ਤੇ ਨਵੇਂ ਸਾਲ ਦੀ ਆਮਦ ਹੁੰਦੀ ਆ ਤੇ ਪਿਛਲੇ ਸਾਲ ਦਾ ਲੇਖਾ ਜੋਖਾ ਅਸੀਂ ਲੋਕ ਹਰ ਵਾਰੀ ਕਰਦੇ ਹਾਂ। ਡਾਕਟਰ ਨਾਜ਼ਰ ਰਾਣਾ, ਮੈਂ ਸਾਰੀਆਂ ਗੱਲਾਂ ਕਰ ਹਟਿਆ, ਪਰ ਭਾਰਤ ਦੇ ਸੰਦਰਭ 'ਚ ਮੈਂ ਤੁਹਾਡੇ ਨਾਲ ਕੁਝ ਇੱਕ ਗੱਲਾਂ ਕਰਨੀਆਂ ਚਾਹੁੰਦੀਆਂ। ਇੰਟਰਨੈਸ਼ਨਲ ਗੱਲਾਂ ਆਪਾਂ ਅੱਜ ਨਹੀਂ ਕਰਦੇ ਇੱਥੇ ਕਿਉਂਕਿ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਔਰ ਰੈਪੂਟੇਸ਼ਨ ਹੋਏਗੀ। ਭਾਰਤ ਦੀ ਜੇ ਗੱਲ ਕਰੀਏ ਤਾਂ ਇਸ ਸਾਲ ਦੀ ਸਭ ਤੋਂ ਵੱਡੀ ਘਟਨਾ ਜਿਹੜੀ ਸਾਡੇ ਨਜ਼ਰ ਵਿੱਚ ਹੈ, ਵੈਸੇ ਤਾਂ ਮੈਂ ਕਹਾਂ ਕਿ ਸਾਡੇ ਸਮਿਆਂ ਦੀ, ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਘਟਨਾ ਤੇ ਇੱਕ ਪੋਜ਼ਿਟਿਵ ਘਟਨਾ ਜਿਹਨੂੰ ਅਸੀਂ ਕਹਿ ਸਕਦੇ ਹਾਂ, ਕਿਸਾਨ ਅੰਦੋਲਨ ਹੈ, ਜਿਹਨੂੰ ਲੈ ਕੇ ਦੁਨੀਆ ਭਰ ਵਿੱਚ ਚਰਚਾ ਰਹੀ ਤੇ ਆਖਰਕਾਰ ਇਸ ਸਾਲ ਦੇ ਵਿੱਚ ਜਿਹੜਾ ਬੜਾ ਭੈੜਾ ਸਾਲ ਅਸੀਂ ਕਹਿ ਰਹੇ ਹਾਂ ਕਈ ਕਾਰਨਾਂ ਕਰਕੇ, ਕੋਵਿਡ ਕਰਕੇ, ਹੋਰ ਕਾਰਨਾਂ ਕਰਕੇ, ਉਹਦੇ ਵਿੱਚ ਇੱਕ ਖੁਸ਼ੀ ਦਾ ਸੁਨੇਹਾ ਲੈ ਕੇ ਆਇਆ ਸੀਗਾ ਅੰਦੋਲਨ ਕਿ ਉਹਨੇ ਜਿੱਤ ਪ੍ਰਾਪਤ ਕੀਤੀ। ਔਰ ਇਹ ਇਤਿਹਾਸਕ ਜਿਹੜਾ ਅੰਦੋਲਨ ਲੜਿਆ ਗਿਆ, ਇਹ ਮੇਰੇ ਖਿਆਲ 'ਚ ਇਸ ਸਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਭਾਰਤੀ ਲੋਕਾਂ ਲਈ ਜਾਂ ਆਮ ਲੋਕਾਂ ਲਈ ਜਿਹੜੀ ਆ ਭਾਰਤ ਵਿੱਚ ਬੈਠਿਆਂ ਲਈ, ਉਹ ਇੱਕ ਕਹੀ ਜਾ ਸਕਦੀ ਆ। ਲਾਜ਼ਮੀ ਇਹ ਹੈ ਕਿ ਜਿਹਨਾਂ ਸਮਿਆਂ ਨੂੰ ਅਸੀਂ ਬਦਲ ਦੇਣ ਦੀ ਗੱਲ ਕਰਦੇ ਹਾਂ ਜਾਂ ਜਿਹੜੇ ਬੁਰੇ ਦਿਨ ਹੈ ਉਹਨਾਂ ਨੂੰ ਭਲੇ ਦਿਨਾਂ ਵਿੱਚ ਬਦਲ ਦੇਣ ਦੀ ਗੱਲ ਕਰਦੇ ਹਾਂ, ਤਾਂ ਉਹ ਭਲੇ ਦਿਨਾਂ ਦੀ ਇੱਕ ਆਹਟ, ਇੱਕ ਦਸਤਕ ਤੇ ਉਹ ਕਿਸਾਨ ਅੰਦੋਲਨ ਜਿਹੜਾ ਆ ਉਹਦੇ ਤੋਂ ਹੋਈ ਹੈ। ਤੇ ਭਾਵੇਂ ਬਹੁਤ ਜ਼ਿਆਦਾ ਕਹਿ ਲਓ ਵੀ ਸੰਘਰਸ਼ ਦਾ ਦੌਰ ਹੈ ਤੇ ਸੰਘਰਸ਼ ਦੇ ਦੌਰ ਤੋਂ ਬਾਅਦ ਹੀ ਅਸਲ ਦੇ ਵਿੱਚ ਉਹ ਦਿਨ ਚੜ੍ਹਿਆ ਕਰਦਾ, ਉਹ ਸਵੇਰ ਆਇਆ ਕਰਦੀ ਹੈ ਜਿਸ ਸਵੇਰ ਦੀ ਉਡੀਕ ਜਿਹੜੀ ਹੈ ਸਦਾ ਤੋਂ ਜਨ ਸੰਧਾਰਨ ਨੂੰ ਰਹਿੰਦੀ ਹੈ। ਸੋ ਜਿਹੜਾ ਕਿਸਾਨ ਅੰਦੋਲਨ ਹੈ, ਇਹ ਕੋਈ ਮਤਲਬ ਪੰਜਾਬ ਦੀ ਗੱਲ ਨਹੀਂ ਅਸੀਂ ਕਰਦੇ ਜਾਂ ਹਰਿਆਣਾ, ਰਾਜਸਥਾਨ ਜਾਂ ਯੂਪੀ ਦੀ ਨਹੀਂ ਜਾਂ ਆਪਣੇ ਭਾਰਤ ਦੀ ਨਹੀਂ, ਦੁਨੀਆ ਭਰ ਵਾਸਤੇ ਭਾਰਤ ਤੋਂ ਉੱਠਿਆ ਇਹ ਕਿਸਾਨ ਅੰਦੋਲਨ ਇੱਕ ਪ੍ਰੇਰਣਾ ਬਣਿਆ, ਇੱਕ ਉਮੀਦ ਬਣਿਆ। ਤੇ ਦੂਸਰੀ ਗੱਲ ਇਹ ਹੈ ਕਿ ਇਸ ਅੰਦੋਲਨ ਦਾ ਜਿਹੜਾ ਅੰਜਾਮ ਹੈ ਉਹ ਇਸ ਰੂਪ ਦੇ ਵਿੱਚ ਨਿਕਲਿਆ ਕਿ ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਇਹ ਕਿਸੇ ਦੀ ਸੁਣਦੇ ਨਹੀਂ ਤੇ ਜੋ ਕਰ ਦਿੰਦੇ ਆ ਤੇ ਉਹ ਕਰਿਆ ਰਹਿ ਜਾਂਦਾ ਹੈ, ਉਹਨੂੰ ਬਦਲਦੇ ਨਹੀਂ, ਉਹਨਾਂ ਨੂੰ ਵੀ ਉਹ ਸਾਰਾ ਕੁਝ ਕਰਨਾ ਪਿਆ। ਅੰਦੋਲਨ ਆਪਣੀ ਪ੍ਰਮੁੱਖ ਮੰਗ ਦੀ ਜਿੱਤ ਦੇ ਨਾਲ ਸਮਾਪਤ ਹੋਇਆ। ਸਮਾਪਤ ਨਹੀਂ ਹੋਇਆ, ਪੋਸਟਪੋਨ ਹੋਇਆ, ਮੁਲਤਵੀ ਹੋਇਆ। ਮੈਨੂੰ ਲੱਗਦਾ ਕਿ
ਦੁਨੀਆ ਭਰ ਦੇ ਲੋਕ ਜਿਹੜੇ ਆ ਭਾਰਤ ਤੋਂ ਉੱਠੇ ਇਸ ਅੰਦੋਲਨ ਨੂੰ ਦੇਖਦੇ ਰਹੇ ਨੇ ਤੇ ਉਹਦੇ ਤੋਂ ਇੱਕ ਪ੍ਰੇਰਣਾ ਵੀ ਲੈਂਦੇ ਰਹੇ ਨੇ। ਈਵਨ ਵਿਕਸਿਤ ਮੁਲਕਾਂ ਦੇ ਲੋਕਾਂ ਨੇ ਵੀ ਖਾਸ ਤੌਰ ਤੇ ਜਿਹੜੇ ਇਸ ਸੈਕਟਰ ਨਾਲ ਜੁੜੇ ਹੋਏ ਲੋਕ ਹੈ, ਐਗਰੀਕਲਚਰ ਸੈਕਟਰ ਨਾਲ, ਉਹਨਾਂ ਨੇ ਵੀ ਇਸ ਅੰਦੋਲਨ ਨੂੰ ਬੜੇ ਨੀਝ ਨਾਲ ਦੇਖਿਆ ਤੇ ਇਸ ਗੱਲ ਦੀ ਐਪਰੀਸੀਏਸ਼ਨ ਕੀਤੀ ਹੈ ਕਿ ਭਾਰਤ ਨੇ ਇੱਕ ਦਿਸ਼ਾ ਦਿੱਤੀ ਹੈ, ਭਾਰਤੀ ਆਵਾਮ ਨੇ, ਭਾਰਤ ਦੇ ਕਿਸਾਨ ਨੇ, ਭਾਰਤ ਦੇ ਮਜ਼ਦੂਰ ਨੇ ਇੱਕ ਦਿਸ਼ਾ ਦਿੱਤੀ ਹੈ ਦੁਨੀਆ ਨੂੰ ਵੀ ਲੜਨ ਦੇ ਤਰੀਕੇ ਇਹ ਵੀ ਹੋ ਸਕਦੇ ਆ, ਲੜਿਆ ਇੰਜ ਵੀ ਜਾ ਸਕਦਾ ਹੈ। ਤੇ ਦੂਜੀ ਗੱਲ, ਇਹ ਅੰਦੋਲਨ 2021 ਦੇ ਵਿੱਚ ਪੋਸਟਪੋਨ ਹੋਇਆ ਹੈ, ਪਰ 2022 ਦੇ ਵਿੱਚ ਇਸ ਅੰਦੋਲਨ ਨੇ ਕੰਟੀਨਿਊ ਰਹਿਣਾ ਹੈ ਕਿਉਂਕਿ ਇਹ ਅੰਦੋਲਨ ਖਤਮ ਨਹੀਂ ਹੋਇਆ। ਇਲੈਕਸ਼ਨ ਹੈ, ਹੁਣ ਚੋਣਾਂ ਆ 5 ਸੂਬਿਆਂ ਦੀਆਂ। ਚੋਣਾਂ ਤੋਂ ਬਾਅਦ ਅਸੀਂ ਦੇਖਾਂਗੇ ਅੰਦੋਲਨ ਦਾ ਰੂਪ ਬਦਲੇਗਾ, ਅੰਦੋਲਨ ਹੋਰ ਵਿਆਪਕ ਹੋਏਗਾ ਤੇ ਇਸ ਅੰਦੋਲਨ ਨੇ ਬੜੇ ਹੋਰ ਪੱਧਰਾਂ ਤੇ ਜਾ ਕੇ ਇੱਕ ਵੱਡਾ ਪ੍ਰਭਾਵ ਜਿਹੜਾ ਆਉਣ ਵਾਲੇ ਸਮਿਆਂ 'ਚ ਛੱਡਣਾ ਹੈ ਤੇ ਭਾਰਤ ਦੇ ਆਮ ਬੰਦੇ ਦਾ ਭਵਿੱਖ ਜਿਹੜਾ ਆ ਉਹਨੂੰ ਰੌਸ਼ਨ ਕਰਨਾ। ਜੀ ਦਸਾਂਝ ਸਾਹਿਬ, ਆਪਾਂ ਭਾਰਤ ਵੱਲ ਫਿਰ ਪਰਤਦੇ ਆ। ਮੇਰੇ ਸਾਹਮਣੇ ਇੱਕ ਨਿਊਜ਼ ਮੈਨੂੰ ਨਜ਼ਰ ਆ ਰਹੀ ਸੀ, ਉਹ ਇਹ ਆ ਕਿ ਜਿਹੜਾ ਇਹ ਵਰ੍ਹਾ ਲੰਘਿਆ ਆ, ਜਿੱਥੇ ਇੱਕ ਪਾਸੇ ਦੁਨੀਆ ਭਰ ਵਿੱਚ ਜਦੋਜਹਿਦ ਰਹੀ ਕਿ ਵੈਕਸੀਨ ਆ ਜਾਵੇ ਕਿਸੇ ਤਰ੍ਹਾਂ ਤੇ ਲੋਕਾਂ ਦੀਆਂ ਜਾਨਾਂ ਬਚਾਈਆਂ ਜਾਣ, ਲੱਖਾਂ ਹੀ ਲੋਕ ਮਾਰੇ ਗਏ, ਦੂਜੇ ਪਾਸੇ ਵਿਗਿਆਨੀਆਂ ਦਾ ਪੂਰਾ ਜ਼ੋਰ, ਖਾਸ ਕਰਕੇ ਯੂਰਪ ਦੇ ਵਿਗਿਆਨੀਆਂ ਦਾ ਇਸ ਗੱਲ ਤੇ ਲੱਗਿਆ ਰਿਹਾ ਆ ਕਿ ਜਿਹੜੇ ਆਉਣ ਵਾਲੇ ਯੁੱਧ ਲੜਨੇ ਆ ਉਹਨਾਂ ਦੀ ਕਿਹੜੀ ਕਿਹੜੀ ਤਕਨੀਕ ਵਿਕਸਿਤ ਕੀਤੀ ਜਾਵੇ, ਜਿਹਨੂੰ ਡਿਜੀਟਲ ਤਕਨੀਕ ਕਿਹਾ ਜਾ ਰਿਹਾ ਹੈ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਹਾ ਜਾ ਰਿਹਾ ਹੈ ਜਾਂ ਸਾਈਬਰ ਲਈ ਜਿਹੜੇ ਬਜਟ ਨੇ, ਸਾਈਬਰ ਕ੍ਰਾਈਮ ਹੁੰਦੇ ਨੇ ਉਹਨਾਂ ਨੂੰ ਰੋਕਣ ਲਈ ਜਾਂ ਹਾਈਕਿੰਗ ਵਾਸਤੇ, ਮਤਲਬ ਜਿਹੜੀ ਟੈਕਨੀਕ ਯੁੱਧ ਦੀਆਂ ਬਦਲ ਰਹੀਆਂ ਨੇ ਉਹਦੇ ਲਈ ਸਾਰੇ ਦੇ ਸਾਰੇ ਯੂਰਪੀ ਮੁਲਕਾਂ ਨੇ ਸਣੇ ਅਮਰੀਕਾ ਰਵਾਇਤੀ ਹਥਿਆਰਾਂ ਨੂੰ ਛੱਡ ਕੇ ਉਹਦੇ ਲਈ ਆਪਣੇ ਬਜਟਾਂ 'ਚ ਭਾਰੀ ਵਾਧਾ ਕੀਤਾ। ਇੱਕ ਪਾਸੇ ਯੂਕਰੇਨ ਨੂੰ ਲੈ ਕੇ ਤਣਾਅ ਆ, ਚਾਈਨਾ ਨੂੰ ਲੈ ਕੇ ਦੁਨੀਆ 'ਚ ਤਣਾਅ ਆ, ਬਹੁਤ ਕੁਝ ਹੋ ਰਿਹਾ, ਪਰ ਦੂਜੇ ਪਾਸੇ ਜਿਹੜੀ ਟੈਕਨੋਲੋਜੀ ਦੀ ਵਿਕਸਿਤ ਕੀਤੀ ਜਾ ਰਹੀ ਆ ਉਹ ਬੜੀ ਖਤਰਨਾਕ ਦਿਸ਼ਾ ਵੱਲ ਆ। ਖਬਰ ਇਹ ਆ ਰਹੀ ਆ ਕਿ ਜੇ ਭਵਿੱਖ ਦਾ ਯੁੱਧ ਹੋਇਆ ਤੇ ਸ਼ਾਇਦ ਇਸ ਤਰ੍ਹਾਂ ਨਹੀਂ ਹੋਏਗਾ ਕਿ ਫੌਜਾਂ ਚੜ੍ਹਾਈਆਂ ਕਰਨਗੀਆਂ, ਤੁਹਾਡੇ ਘਰ ਬੈਠੇ ਹੀ ਸਾਰਾ ਕੁਝ ਬੰਦ ਹੋ ਜਾਏਗਾ, ਤੁਹਾਡੇ ਫੋਨ ਬੰਦ ਹੋ ਜਾਣਗੇ, ਪੈਟਰੋਲ ਪੰਪ ਸੁੱਕ ਜਾਣਗੇ। ਇਹੋ ਜਿਹਾ ਕੁਝ ਹੋ ਰਿਹਾ ਆ ਕਿ ਦੁਨੀਆ ਨੂੰ ਪਤਾ ਨਹੀਂ ਲੱਗੇਗਾ ਕਿ ਅਸੀਂ ਜਾ ਕਿੱਧਰ ਨੂੰ ਰਹੇ ਹਾਂ। ਜਿੱਦਾਂ ਰਸ਼ੀਆ ਵਗੈਰਾ ਵਾਲੇ ਆਪਣੀਆਂ ਪਰਖ ਕਰ ਰਹੇ ਆ, ਉਹਨਾਂ ਦੇ ਇੱਕ ਮਿਜ਼ਾਈਲ ਪਰਖ ਕੀਤੀ ਆ, ਉਹਨਾਂ ਨੇ ਆਪਣਾ ਹੀ ਇੱਕ ਉਪਗ੍ਰਹਿ ਫੁੰਡ ਲਿਆ, ਇਸੇ ਤਰ੍ਹਾਂ ਹੀ ਦੂਜੇ ਮੁਲਕ ਕਰ ਰਹੇ ਆ। ਯਾਨੀ ਕਿ ਟੈਕਨੀਕ ਦੇ ਵਿੱਚ, ਆਰਟੀਫੀਸ਼ੀਅਲ ਇੰਟੈਲੀਜੈਂਸ 'ਚ ਇੰਨਾ ਕੁ ਵਾਧਾ ਹੋ ਰਿਹਾ ਕਿ ਦੁਨੀਆ ਇੱਕ ਵਾਰ ਫੇਰ ਜੇ ਕਿਤੇ ਜੰਗ ਵੱਲ ਨੂੰ ਗਈ ਤੇ ਫਿਰ ਕੋਵਿਡ ਸਾਰੇ ਪਿੱਛੇ ਛੁੱਟ ਜਾਣਗੇ ਤੇ ਅਸੀਂ ਲਗਭਗ ਆਪਣੀ ਨਸਲ ਪੂਰੀ ਜਿਹੜੀ ਆ ਉਹ ਇੱਕ ਵਾਰੀ ਫਿਰ ਮੌਤ ਦੇ ਮੂੰਹ 'ਚ ਜਾ ਡਿੱਗੇਗੀ। ਜੀ ਬਹੁਤ ਖਤਰਨਾਕ ਤਸਵੀਰ ਜਿਹੜੀ ਹੈ ਸਾਡੇ ਸਾਹਮਣੇ ਉੱਭਰਦੀ ਹੈ। ਕਈ ਵਾਰ ਅਸੀਂ ਕੁਝ ਮੂਵੀਜ਼ ਵੀ ਦੇਖਦੇ ਹਾਂ ਤੇ ਖਾਸ ਤੌਰ ਤੇ ਹਾਲੀਵੁੱਡ ਦੀ ਮੂਵੀਜ਼, ਉਹਦੇ ਵਿੱਚ ਕਈ ਵਾਰ ਇਸ ਤਰ੍ਹਾਂ ਦੇ ਝਲਕਾਰੇ ਮਿਲਦੇ ਆ ਕਿ ਭਵਿੱਖ ਜਿਹੜਾ ਆ ਇਸ ਪਾਸੇ ਵੱਲ ਨੂੰ ਜਾ ਰਿਹਾ, ਨਵੀਂ ਟੈਕਨੀਕਸ ਦੇ ਨਾਲ ਤੇ ਕਿਵੇਂ ਸਾਰਾ ਕੁਝ ਕੰਟਰੋਲ ਕੀਤਾ ਜਾ ਸਕਦਾ ਹੈ। ਤੇ ਜਿਹੜੀਆਂ ਜੰਗਾਂ ਦਾ ਇਤਿਹਾਸ ਹੈ, ਵਰਲਡ ਵਾਰਸ ਜਿਹੜੀਆਂ ਲੱਗੀਆਂ, ਉਹਦੇ ਨਾਲੋਂ ਬਿਲਕੁਲ ਵੱਖਰਾ ਸਾਰਾ ਕੁਝ ਦਿਖਾਈ ਦੇਗਾ। ਤੁਸੀਂ ਕੋਵਿਡ ਦੀ ਗੱਲ ਕੀਤੀ ਹੈ, ਵਾਇਰਸ ਜਿਹੜਾ ਆ ਕਿਸੇ ਇੱਕ ਮੁਲਕ ਵਾਸਤੇ ਬਹੁਤ ਵੱਡਾ ਹਥਿਆਰ ਹੋ ਸਕਦਾ ਹੈ ਕਿਸੇ ਦੂਜੇ ਮੁਲਕ ਨੂੰ ਢਾਉਣ ਲਈ। ਤੇ ਉਹ ਤੋਂ ਵੀ ਅੱਗੇ ਜਾ ਕੇ ਜਿਹੜੀ ਆਰਟੀਫਿਸ਼ੀਅਲ ਤੁਸੀਂ ਇੰਟੈਲੀਜੈਂਸ ਦੀ ਗੱਲ ਕੀਤੀ ਹੈ ਜਾਂ ਡਿਜੀਟਲ ਟੈਕਨੀਕਸ ਦੇ ਨਾਲ ਸਾਰਾ ਕੁਝ ਹੀ ਕੰਟਰੋਲ ਕਰਨ ਦੀ ਜਿਹੜੀ ਗੱਲ ਹੈ, ਉਹਦੇ ਤੇ ਲੱਗੇ ਹੋਏ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਬੈਠੇ। ਪਰ ਤਾਕਤਵਰ ਮੁਲਕ ਜਿਹੜੇ ਆ ਉਹ ਅਸਲ ਦੇ ਵਿੱਚ ਇਸ ਤੋਂ ਵੀ ਅੱਗੇ ਜਾ ਕੇ ਵਿਅਕਤੀ ਦਾ ਜਿਹੜਾ ਦਿਮਾਗ ਹੈ ਉਹਨੂੰ ਕੰਟਰੋਲ ਕਰਨ ਦੀ ਇੱਕ ਪੂਰੀ ਦੀ ਪੂਰੀ ਵਿਧੀ ਜਿਹੜੀ ਹੈ ਉਹਦੀ ਖੋਜ ਵਿੱਚ ਲੱਗੇ ਹੋਏ ਆ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਆ ਪਰ ਕਈ ਵਾਰੀ ਉੱਪਰੇ ਕਹਿ ਕੇ ਲੋਕ ਟਾਲ ਦਿੰਦੇ ਆ, ਉਹਦੀ ਸੀਰੀਅਸਨੈਸ ਨੂੰ ਨਹੀਂ ਸਮਝਿਆ ਜਾਂਦਾ। ਲੋਕਾਂ ਨੂੰ ਲੱਗਦਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ। ਗੱਲਾਂ ਚੱਲਦੀਆਂ, ਕੋਈ ਵਿਦਵਾਨ ਲੋਕ ਜਿਹੜੇ ਆ, ਖੋਜੀ ਲੋਕ ਜਿਹੜੇ ਆ, ਉਹ ਅਗਾਹ ਕਰਦੇ ਰਹਿੰਦੇ ਆ ਕਿ ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ ਹੈ ਕਿ ਵਿਅਕਤੀ ਨੇ ਵਿਅਕਤੀ ਨਹੀਂ ਰਹਿਣਾ। ਵਿਅਕਤੀ ਤੁਸੀਂ ਅਸੀਂ ਉਹੀ ਕੁਝ ਕਵਾਂਗੇ, ਉਹੀ ਕੁਝ ਸੋਚਾਂਗੇ
ਜੋ ਸਾਨੂੰ ਕੰਟਰੋਲ ਕਰਨ ਵਾਲੇ ਜਿਹੜੇ ਲੋਕ ਹੈ ਉਹ ਸਾਡੇ ਤੋਂ ਕਰਾਉਣਾ ਚਾਹੁਣਗੇ। ਸਾਰਾ ਕੁਝ ਬਦਲ ਦੇਣ ਦੀ ਜਿਹੜੀ ਇੱਕ ਪੂਰੀ ਦੀ ਪੂਰੀ ਇੱਕ ਯੋਜਨਾਬੰਦੀ ਹੈ, ਉੱਥੇ ਲੱਗੇ ਹੋਏ ਨੇ ਬਹੁਤ ਸਾਰੇ ਲੋਕ। ਪਰ ਮਨੁੱਖ ਜਿਹੜਾ ਆ, ਵਿਅਕਤੀ ਜਿਹੜਾ ਆ, ਅਕਸਰ ਉਹਦਾ ਬਦਲ ਕੋਈ ਨਹੀਂ ਹੋ ਸਕਦਾ। ਭਾਵੇਂ ਮਸ਼ੀਨੀਕਰਨ ਵੀ ਹੋ ਗਿਆ, ਰੋਬੋਟ ਵੀ ਆ ਗਏ, ਬੜਾ ਕੁਝ ਹੋ ਗਿਆ, ਯਤਨ ਹੈ, ਪਰ ਜਿਹੜਾ ਵਿਅਕਤੀ ਸੋਚਦਾ ਆ, ਉਹ ਸੋਚ ਜਿਹੜੀ ਆ ਵਿਅਕਤੀ ਦੀ, ਤੇ ਉਹੀ ਉਹਨਾਂ ਨੂੰ ਪਰੇਸ਼ਾਨ ਕਰਦੀ ਹੈ। ਕਿਸੇ ਵੇਲੇ ਇੱਕ ਬਹੁਤ ਵੱਡੀ ਨਜ਼ਮ ਮੈਂ ਪੜ੍ਹੀ ਸੀ, ਹੁਣ ਮੈਨੂੰ ਨਜ਼ਮ ਦੇ ਜਿਹੜੇ ਰਾਈਟਰ ਹੈ ਉਹਦਾ ਨਾਂ ਨਹੀਂ ਯਾਦ ਆ ਰਿਹਾ। ਉਹਦੇ 'ਚ ਇਹੀ ਗੱਲ ਸੀ ਵੀ ਉਹ ਕਹਿ ਰਿਹਾ ਸੀ ਵੀ ਜਨਰਲ ਨੂੰ ਕਹਿ ਰਿਹਾ ਸੀ, ਜਨਰਲ ਤੇਰੇ ਕੋਲ ਟੈਂਕ ਹੋ ਸਕਦੇ ਆ, ਤੇਰੇ ਕੋਲ ਫੌਜ ਹੋ ਸਕਦੀ, ਤੇਰੇ ਕੋਲ ਸਭ ਕੁਝ ਹੋ ਸਕਦਾ ਹੈ, ਪਰ ਉਹਨੂੰ ਚਲਾਉਣ ਵਾਸਤੇ ਵੀ ਇੱਕ ਵਿਅਕਤੀ ਚਾਹੀਦਾ ਹੈ, ਬੰਦਾ ਚਾਹੀਦਾ ਹੈ। ਬੰਦਾ ਕਿਉਂਕਿ ਸੋਚਦਾ। ਇਹ ਜਿਹੜੀ ਸੋਚ ਹੈ ਇਹੀ ਪਰੇਸ਼ਾਨ ਕਰਦੀ ਹੈ ਜਿਹੜੇ ਦੁਨੀਆ ਭਰ ਨੂੰ ਕੰਟਰੋਲ ਕਰਨਾ ਚਾਹੁੰਦੇ ਆ ਉਹਨਾਂ ਨੂੰ। ਇਸ ਕਰਕੇ ਇਸ ਸੋਚ ਨੂੰ ਕਿਉਂ ਨਾ ਕੰਟਰੋਲ ਕਰ ਲਿਆ ਜਾਏ। ਬੰਦਾ ਜੋ ਕੁਝ ਸੋਚਦਾ ਉਹਨੂੰ ਕਿਉਂ ਨਾ ਆਪਣੇ ਹੱਥਾਂ 'ਚ ਲੈ ਲਿਆ ਜਾਏ। ਇਸ ਹੱਦ ਤੱਕ ਜਾਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੋ ਰਹੀਆਂ, ਜਿਹੜੀਆਂ ਖਤਰਨਾਕ ਤਾਂ ਲਾਜ਼ਮੀ ਤੌਰ ਤੇ ਹੈ ਜੀ। ਅੱਛਾ, ਭਾਰਤ ਦੇ ਸੰਦਰਭ ਦੇ ਵਿੱਚ ਜੇ ਆਪਾਂ ਬੀਤੇ ਵਰੇ ਨੂੰ ਵੇਖਣਾ ਹੋਵੇ ਤੇ ਇੱਕ ਵੱਡੀ ਤਰਾਸਦੀ ਜਿਹੜੀ ਸੈਕੰਡ ਵੇਵ ਆਈ ਸੀ ਭਾਰਤ ਵਿੱਚ, ਤੇ ਜਿਹਦੇ ਵਿੱਚ ਮੌਤਾਂ ਦੇ ਅੰਕੜੇ ਛਪਾਏ ਗਏ, ਤੇ ਫਿਰ ਕੁਦਰਤ ਨੇ ਉਹ ਪਾਣੀ ਬਾਹਰ ਆਇਆ, ਫਲੱਡ ਆਇਆ, ਤੇ ਗੰਗਾ ਭਰੀ ਨਿਕਲੀ ਲਾਸ਼ਾਂ ਨਾਲ। ਰੇਤਾ ਥੱਲਿਓਂ ਲਾਸ਼ਾਂ ਫੁੱਲੀਆਂ ਬਾਹਰ ਨੂੰ ਆਉਣੀਆਂ ਸ਼ੁਰੂ ਹੋ ਗਈਆਂ। ਮਤਲਬ ਜਿਹੜਾ ਕਰੂਪ ਚਿਹਰਾ ਸਾਡੀ ਉੱਥੋਂ ਦੀ ਸਰਕਾਰਾਂ ਦਾ, ਤੇ ਮਤਲਬ ਗੈਰ ਮਨੁੱਖਤਾਵਾਦੀ, ਗੈਰ ਸੰਵੇਦਨਸ਼ੀਲ ਚਿਹਰਾ ਜਿਹੜਾ ਉਹ ਸਾਡੇ ਸਾਹਮਣੇ ਆਇਆ, ਉਹ ਵੀ 21ਵੀਂ ਸਦੀ ਦੇ ਇਸ 21ਵੇਂ ਵਰੇ ਦੇ ਵਿੱਚ ਹਮੇਸ਼ਾ ਲਈ ਯਾਦ ਬਣ ਕੇ ਰਹੇਗਾ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਆਪਣੇ ਗਵਾ ਲਏ। ਜੀ ਜੀ ਬਿਲਕੁਲ, ਇਹ ਬੜਾ ਇਸ ਗੱਲ ਦੀ ਯਾਦ ਨਹੀਂ ਰਹੇਗਾ, ਸਗੋਂ ਬਹੁਤ ਦੇਰ ਤੱਕ ਪੀੜਾ ਦਿੰਦਾ ਰਹੇਗਾ। ਦਰਦ ਇੱਕ ਮਹਿਸੂਸ ਹੁੰਦਾ ਰਹੇਗਾ। ਜਿਨ੍ਹਾਂ ਲੋਕਾਂ ਨੇ ਸਿੱਧੇ ਤੌਰ ਦੇ ਉੱਤੇ ਇਹਨੂੰ ਆਪਣੇ ਪਿੰਡੇ ਤੇ ਹਟਾਇਆ, ਤੇ ਨਾਲ ਦੀ ਨਾਲ ਇੱਕ ਤਕਲੀਫ ਇਹ ਵੀ ਰਹੇਗੀ ਕਿ ਸਰਕਾਰਾਂ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਤੇ ਚਾਹੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਹੋਣ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਆ ਉਹ ਲੋਕਾਂ ਤੱਕ ਪਹੁੰਚਣ ਨਹੀਂ ਦਿੱਤੀਆਂ ਗਈਆਂ, ਬਹੁਤ ਕੁਝ ਲੁਕੋ ਲਿਆ ਗਿਆ, ਤੇ ਕੋਵਿਡ ਦੇ ਨਾਂ ਦੇ ਉੱਤੇ ਸਾਰਾ ਕੁਝ ਹੀ ਕਰ ਦਿਆ ਗਿਆ। ਜੋ ਮਤਲਬ ਇੱਕ ਪੋਲੀਟੀਕਲ ਟੂਲ ਦੇ ਤੌਰ ਤੇ ਕੋਵਿਡ ਨੂੰ ਵਰਤਣਾ ਸੀ, ਉਹ ਵੀ ਵਰਤਿਆ ਗਿਆ। ਅਸੀਂ ਉਹਨਾਂ ਦਿਨਾਂ ਦੇ ਵਿੱਚ ਹੀ ਪੱਛਮੀ ਬੰਗਾਲ ਸਣੇ 5 ਸੂਬਿਆਂ ਦੀਆਂ ਇਲੈਕਸ਼ਨਸ ਵੀ ਦੇਖੀਆਂ। ਅਸੀਂ ਉਹਨਾਂ ਦਿਨਾਂ ਦੇ ਵਿੱਚ ਤਬਲੀਗੀ ਜਮਾਤ ਦਾ ਜਿਹੜਾ ਇੱਕ ਵਿਵਾਦ ਪੈਦਾ ਹੁੰਦਾ ਵੀ ਦੇਖਿਆ। ਕਰੋਨਾ ਨੂੰ ਧਰਮ ਦੇ ਨਾਲ ਜੋੜ ਦਿੱਤਾ ਗਿਆ ਵੀ ਇੱਥੋਂ ਨਿਕਲਦਾ ਕਰੋਨਾ। ਤੇ ਉਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਕੁੰਭ ਦਾ ਮੇਲਾ ਲੱਗਿਆ ਤੇ 25 ਲੱਖ ਦੇ ਕਰੀਬ ਲੋਕ ਉਸ ਮੇਲੇ ਦੇ ਵਿੱਚ ਗਏ, ਉਹ ਵੀ ਦੇਖਿਆ ਉਹਦੇ ਤੇ ਕਿਸੇ ਕਿਸਮ ਦਾ ਕੋਈ ਕਰੋਨਾ ਦਾ ਮਾਮਲਾ ਨਹੀਂ। ਹਾਂ, ਬਾਅਦ ਵਿੱਚ ਆਇਆ ਕਿ 90,000 ਦੇ ਕਰੀਬ ਕਰੋਨਾ ਦੇ ਪੇਸ਼ੈਂਟ ਜਿਹੜੇ ਉੱਥੋਂ ਵੀ ਨਿਕਲੇ, ਜਿਹੜੀ ਗੱਲ ਲੁਕੋਈ ਗਈ। ਹੋਰ ਵੀ ਬਹੁਤ ਚੀਜ਼ਾਂ ਲੁਕੋਈਆਂ ਗਈਆਂ। ਸੋ ਕਰੋਨਾ ਵਾਇਰਸ ਜਿਹੜਾ ਭਾਰਤ ਦੇ ਵਿੱਚ ਕਿਸੇ ਹੋਰ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਸਰਕਾਰਾਂ ਨੇ ਉਹਨੂੰ ਹੈਂਡਲ ਕੀਤਾ, ਜਦ ਕਿ ਵਿਕਸਿਤ ਮੁਲਕਾਂ ਦੇ ਵਿੱਚ ਜਿਹੜਾ ਉਹਨਾਂ ਦਾ ਮੈਡੀਕਲੀ ਜਾਂ ਹੈਲਥ ਦਾ ਸੈਕਟਰ ਹੈ, ਉਹਨਾਂ ਦਾ ਜਿਹੜਾ ਸਟਰਕਚਰ ਹੈ, ਉਹਦੇ ਮੁਤਾਬਕ ਇੱਕ ਅਵੇਅਰਨੈਸ ਵੀ ਤੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਉਹਦੇ ਉਲਟ ਭਾਰਤ ਦੇ ਵਿੱਚ ਇਸ ਕਰਕੇ ਵੀ ਭਾਰਤ ਦੇ ਪਿਛਲੇ 2 ਸਾਲ ਯਾਦ ਕੀਤੇ ਜਾਣਗੇ ਬਈ ਕੋਵਿਡ ਨਾਲ ਟੱਕਰਨ ਦੀ ਵਿਧੀ ਜਿਹੜੀ ਅਪਣਾਈ ਗਈ, ਉਹ ਤਾਲੀਆਂ ਤੇ ਥਾਲੀਆਂ ਖੜਕਾਉਣ ਦੀ ਵਿਧੀ ਅਪਣਾਈ ਗਈ, ਉਹ ਰਾਤ ਨੂੰ ਬੱਤੀਆਂ ਬੁਝਾਉਣ ਦੀ ਵਿਧੀ ਅਪਣਾਈ ਗਈ, ਜਾਂ ਮੋਬਾਈਲ ਫੋਨ ਦੀਆਂ ਫਲੈਸ਼ਸ ਜਿਹੜੀਆਂ ਜਗਾਉਣ ਦੀ ਵਿਧੀ ਅਪਣਾਈ ਗਈ। ਮਤਲਬ ਅੰਧ ਵਿਸ਼ਵਾਸ ਦਾ ਸਿਰਾ, ਮਤਲਬ ਸਰਕਾਰੀ ਤੰਤਰ ਜਿਹੜਾ ਆ ਉਹਦੇ ਵੱਲੋਂ ਵੀ, ਜਾਂ ਸਾਡੇ ਪ੍ਰਮੁੱਖ ਜਿਹੜੇ ਸਾਡੇ ਸੇਵਕ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਵੱਲੋਂ ਵੀ ਅੰਧ ਵਿਸ਼ਵਾਸ ਦੀਆਂ ਇੱਦਾਂ ਦੀਆਂ ਨਵੀਆਂ ਪਿੜਤਾਂ ਪਾ ਦਿੱਤੀਆਂ ਗਈਆਂ ਤੇ ਭਾਰਤ ਨੂੰ ਘੱਟੋ ਘੱਟ ਦੁਨੀਆ ਦੇ ਸਾਹਮਣੇ ਸ਼ਰਮਸਾਰ ਹੋਣਾ ਪਿਆ ਕਿ ਇਸ ਦੌਰ ਦੇ ਵਿੱਚ ਵੀ, ਅੱਤ ਦੇ ਡਿਜੀਟਲ ਦੌਰ ਦੇ ਵਿੱਚ, ਜਿਹੜੇ ਖੁਦ ਕਹਿ ਰਹੇ ਨੇ ਪ੍ਰਧਾਨ ਮੰਤਰੀ ਵੀ ਡਿਜੀਟਲ ਇੰਡੀਆ ਦਾ ਇੱਕ ਮੇਰਾ ਸੁਪਨਾ ਹੈ, ਉਸ ਦੌਰ ਦੇ ਵਿੱਚ ਵੀ ਸਾਨੂੰ ਅੰਧ ਵਿਸ਼ਵਾਸ ਦੀਆਂ ਜਿਹੜੀਆਂ ਐਨਕਾਂ ਜਿਹੜੀਆਂ ਸਾਡੇ ਸਾਹਮਣੇ ਸੁੱਟ ਦਿੱਤੀਆਂ ਗਈਆਂ ਤੇ ਲਾਉਣ ਵਾਸਤੇ ਉਹਨੂੰ ਮਜਬੂਰ ਵੀ ਕੀਤਾ ਗਿਆ। ਬਹੁਤ ਸਾਰੀਆਂ ਹੋਰ ਗੱਲਾਂ ਇੱਥੇ ਹੋ ਸਕਦੀਆਂ। ਅਸੀਂ ਉਹ ਸਾਰਾ ਦੌਰ ਜਿਹੜਾ ਆ ਹੰਢਾਇਆ, ਉਹਦੇ ਚੋਂ ਨਿਕਲੇ ਆ ਤੇ ਦੁਬਾਰਾ ਫਿਰ ਉਸੇ ਤਰ੍ਹਾਂ ਦੇ ਸੰਕਟ ਦੇ ਸਾਹਮਣੇ ਖੜੇ। ਅੱਛਾ ਦਸਾਂਝ ਸਾਹਿਬ,
ਜੇ ਗੱਲਾਂ ਛੁਪਾਉਣ ਦੀ ਗੱਲ ਕਰੀਏ, ਜਿਹੜੀ ਡੈਮੋਕ੍ਰੇਸੀ ਆ ਜਾਂ ਭਾਰਤ ਦੇ ਸੰਵਿਧਾਨ ਦੀ ਪ੍ਰੀਐਂਬਲ ਆ, ਉਹਦੇ ਵਿੱਚ ਜਿਸ ਤਰ੍ਹਾਂ ਦੀ ਸ਼ਬਦਾਵਲੀ ਆ ਕਿ ਅਸੀਂ ਭਾਰਤ ਦੇ ਲੋਕਾਂ ਵਾਸਤੇ, ਸਾਰੀ ਗੱਲ ਲੋਕਾਂ ਤੇ ਆਉਂਦੀ ਆ ਲੋਕਤੰਤਰ ਦੀ, ਤੇ ਲੋਕਾਂ ਕੋਲੋਂ ਹੀ ਲੁਕਾਇਆ ਜਾਂਦਾ ਆ। ਨਾ ਸਿਰਫ ਕਰੋਨਾ ਵਾਇਰਸ ਨਾਲ ਮਰੇ ਲੋਕਾਂ ਦੀ ਗਿਣਤੀ ਲੁਕਾਈ ਗਈ, ਸਗੋਂ ਡੋਕਲਾਮ ਤੋਂ ਲੈ ਕੇ ਬਾਅਦ ਚ ਭਾਰਤੀ ਫੌਜੀਆਂ ਨੇ ਹੱਥੋਂ ਪਾਈ ਹੋ ਕੇ ਮਾਰੇ ਜਾਣ ਦੀਆਂ ਖਬਰਾਂ ਤੱਕ ਵੀ ਸਾਡੇ ਕੋਲੋਂ ਛੁਪਾਈਆਂ ਗਈਆਂ। ਤੇ ਕਵਾਇਦ ਅਜੇ ਤੱਕ ਜਾਰੀ ਆ ਕਿ ਬਾਹਰਲੇ ਮੁਲਕਾਂ ਦੀਆਂ ਏਜੰਸੀਆਂ ਦੱਸ ਰਹੀਆਂ ਨੇ ਕਿ ਭਾਰਤ ਦੇ ਇਲਾਕੇ ਦੇ ਵਿੱਚ 10 ਦੇ ਕਰੀਬ ਨਿੱਕੇ ਨਿੱਕੇ ਟਾਊਨ ਵਸਾਈ ਬੈਠਾ ਚਾਈਨਾ, ਉਹਦੇ ਨਾਮਕਰਨ ਵੀ ਕਰਤੇ, ਕੱਲ ਵੀ ਆਪਾਂ ਗੱਲ ਕੀਤੀ ਸੀ। ਪਰ ਭਾਰਤ ਦੀ ਸਰਕਾਰ ਹੈ ਜਿਹੜੀ ਆਪਣੇ ਆਪ ਨੂੰ ਇਹ ਦਾਅਵਾ ਕਰਦੀ ਹੈ ਕਿ ਉਹਦੇ ਵਰਗੀ ਸ਼ਕਤੀਸ਼ਾਲੀ ਸਰਕਾਰ ਨਾ ਕਦੀ ਆਈ ਹੈ ਭਾਰਤ 'ਚ, ਤੇ ਸ਼ਾਇਦ ਹੀ ਨਾ ਹੀ ਕਦੀ ਅੱਗੇ ਆਉਣੀ ਆ। ਉਹ ਭਾਰਤ ਦੇ ਲੋਕਾਂ ਨੂੰ ਹਨੇਰੇ 'ਚ ਰੱਖ ਰਹੀ ਹੈ ਚਾਈਨਾ ਦੇ ਮਾਮਲੇ ਦੇ ਵਿੱਚ। ਤੇ ਕਿਹੜੀ ਉਮੀਦ ਤੇ ਬੈਠੇ ਆ ਵੀ ਕੌਣ ਆ ਕੇ ਸਾਡੀ ਰੱਖਿਆ ਕਰੇਗਾ? ਕੀ ਅਮਰੀਕਾ ਰੱਖਿਆ ਕਰੂਗਾ ਜਾਂ ਰਸ਼ੀਆ ਕਰੂਗਾ? ਕੀ ਹੋਏਗਾ ਸਾਡੇ ਨਾਲ ਜੇ ਚਾਈਨਾ ਇਦਾਂ ਹੀ ਅੱਗੇ ਵੱਧਦਾ ਗਿਆ ਤਾਂ? ਦੇਖੋ, ਗੱਲ ਤੁਹਾਡੀ ਦਰੁਸਤ ਹੈ ਕਿ ਬਹੁਤ ਕੁਝ ਲੁਕੋ ਲਿਆ ਜਾਂਦਾ ਹੈ, ਪਰ ਜਿਸ ਸਮੇਂ ਤੋਂ ਅਸੀਂ ਲੰਘ ਰਹੇ ਹਾਂ, ਇਸ ਸਮੇਂ ਦੇ ਦੌਰਾਨ ਹੁਣ ਲੁਕਦਾ ਬਹੁਤਾ ਕੁਝ ਹੈ ਨਹੀਂ। ਸਾਰਾ ਕੁਝ ਹੌਲੀ ਹੌਲੀ ਸਾਹਮਣੇ ਆ ਜਾਂਦਾ ਹੈ, ਕੋਈ ਚੀਜ਼ ਲੁਕੋਈ ਜਾ ਨਹੀਂ ਸਕਦੀ, ਤੇ ਝੂਠ ਦੇ ਨਾਲ ਬਹੁਤੀ ਦੇਰ ਤੱਕ ਚੱਲਿਆ ਨਹੀਂ ਜਾ ਸਕਦਾ। ਇਹ ਗੱਲ ਮੰਨਣ ਵਾਲੀ ਹੈ ਕਿ ਹੁਣ ਅਸੀਂ ਨਵੇਂ ਵਰ੍ਹੇ ਦੇ ਵਿੱਚ ਹਾਂ। ਇੱਕ ਮੁਲਕ ਦੇ ਤੌਰ ਤੇ ਆਪਣਾ ਮੁਲਕ ਸ਼ਕਤੀਸ਼ਾਲੀ ਹੋਵੇ, ਤਾਕਤਵਰ ਹੋਵੇ, ਹਰ ਖੇਤਰ ਦੇ ਵਿੱਚ ਅਸੀਂ ਨਵੀਆਂ ਉਚਾਈਆਂ ਜਿਹੜੀਆਂ ਛੂਹੀਏ, ਇਸ ਗੱਲ ਦੀ ਉਮੀਦ ਹਮੇਸ਼ਾ ਅਸੀਂ ਰੱਖਦੇ ਹਾਂ ਤੇ ਦੁਆ ਵੀ ਕਰਦੇ ਹਾਂ। ਪਰ ਮੁਲਕ ਨੂੰ ਇੱਕ ਮਜ਼ਬੂਤ ਮੁਲਕ ਦੇ ਵਿੱਚ ਬਦਲਣ ਵਾਸਤੇ ਇੱਕ ਬਹੁਤ ਹੀ ਸੰਜਮੀ ਤੇ ਇਮਾਨਦਾਰਾਨਾ ਕੋਸ਼ਿਸ਼ ਦੇ ਤੌਰ ਦੇ ਉੱਤੇ ਪਾਲਿਸੀ ਚਾਹੀਦੀ ਹੈ, ਨੀਤੀ ਚਾਹੀਦੀ ਹੈ, ਜਿਹਦੀ ਅਣਹੋਂਦ ਹੈ ਭਾਰਤ ਦੇ ਵਿੱਚ। ਸਾਡੀ ਫੋਰਨ ਪਾਲਿਸੀ ਜਿਹੜੀ ਹੈ, ਉਹ ਜਿਸ ਢੰਗ ਦੇ ਨਾਲ ਅਸੀਂ ਦੇਖਦੇ ਹਾਂ, ਲੱਗਦਾ ਹੈ ਕਿ ਫੋਰਨ ਪਾਲਿਸੀ ਕਿਤੇ ਹੈ ਹੀ ਹੋਈ ਨਹੀਂ। ਕਿਸੇ ਵੇਲੇ ਸੁਸ਼ਮਾ ਸਵਰਾਜ ਸਾਡੇ ਵਿਦੇਸ਼ ਮੰਤਰੀ ਹੁੰਦੇ ਸੀ, ਅੱਜ ਉਹ ਸਾਡੇ ਵਿਚਕਾਰ ਨਹੀਂ, ਪਰ ਲੱਗਾ ਨਹੀਂ ਸੀ ਕਦੀ ਵੀ ਉਹ ਵਿਦੇਸ਼ ਮੰਤਰੀ ਹੈ, ਲੱਗਦਾ ਸੀ ਪ੍ਰਧਾਨ ਮੰਤਰੀ ਸਾਰਾ ਕੁਝ। ਸੋ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਜੋ ਕਰਦੇ ਨੇ, ਜਿਵੇਂ ਕਰਦੇ ਨੇ, ਉਹ ਦਿਖਾਵਾ ਮਾਤਰ ਤਾਂ ਹੈ ਵੀ ਅਸੀਂ ਬਹੁਤ ਮਜ਼ਬੂਤ ਹੈ, ਏਦਾਂ ਦੀ ਸਰਕਾਰ ਮਜ਼ਬੂਤ ਕਦੀ ਆਈ ਹੋ ਨਹੀਂ, ਤੇ ਅਸੀਂ ਹੁਣ ਕਦੇ ਜਾਣਾ ਨਹੀਂ, ਇੱਥੇ ਰਹਿਣਾ, ਇਹ ਉਹਨਾਂ ਨੇ ਭਰਮ ਪਾਲਿਆ ਹੋਇਆ। ਪਰ ਹਰ ਖੇਤਰ ਦੇ ਵਿੱਚ ਨਾਕਾਮ ਰਹਿਣ ਵਾਲੀ ਇਹ ਸਰਕਾਰ ਸਰਹੱਦੀ ਮਾਮਲਿਆਂ ਤੇ ਵੀ ਨਾਕਾਮ ਹੈ ਬੁਰੀ ਤਰ੍ਹਾਂ। ਇਹਦੀ ਐਗਜ਼ਾਮਪਲ ਜਿਹੜੀ ਹੈ, ਤੁਸੀਂ ਸਵਾਲ ਦੇ ਵਿੱਚ ਇੱਕ ਦ੍ਰਿਸ਼ ਜਿਹੜਾ ਦਿਖਾਇਆ, ਉਹਦੇ 'ਚ ਸਾਨੂੰ ਦਿਖਾਈ ਦਿੰਦੀ ਹੈ। ਫਿਰ ਹਰ ਮੁਲਕ ਨਾਲ ਅਸੀਂ ਵੱਖਰਾ ਵੱਖਰਾ ਤਰ੍ਹਾਂ ਦਾ ਜਿਹੜਾ ਵਿਹਾਰ ਹੈ ਸਾਡਾ, ਅਸੀਂ ਕਿਸੇ ਵੀ ਮਾਮਲੇ 'ਚ ਚਾਈਨਾ ਦੇ ਮੁਕਾਬਲੇ 'ਚ ਖੜਦੇ ਨਹੀਂ ਹੈ, ਨਾ ਫੌਜੀ ਤਾਕਤ ਦੇ ਮਾਮਲੇ ਦੇ ਵਿੱਚ, ਨਾ ਇਕਨੋਮੀ ਦੇ ਮਾਮਲੇ ਵਿੱਚ, ਨਾ ਮਾਰਕੀਟ ਦੇ ਮਾਮਲੇ ਦੇ ਵਿੱਚ। ਤੇ ਜਦ ਕਿ ਦੂਜੇ ਬੰਨੇ ਅਸੀਂ ਪ੍ਰਮੁੱਖ ਆਪਣਾ ਜਿਹੜਾ ਦੁਸ਼ਮਣ ਹੈ ਉਹਨੂੰ ਗਰਦਾਨਦੇ ਆ, ਪਾਕਿਸਤਾਨ। ਕਿਉਂਕਿ ਪਾਕਿਸਤਾਨ ਦੀ ਗੱਲ ਕਰਕੇ ਤੁਸੀਂ ਜਿਹੜਾ ਇੱਕ ਉਹ ਰਾਸ਼ਟਰਵਾਦ ਦਾ ਇੱਕ ਤੁਹਾਡੇ ਕੋਲ ਝੁਰਲੂ ਜਿਹੜਾ ਆ, ਉਹਨੂੰ ਫੇਰ ਕੇ ਤੁਸੀਂ ਲੋਕਾਂ ਨੂੰ ਜਿਹੜਾ ਅੰਧ ਭਗਤ ਬਣਾ ਲੈਂਦੇ ਹੋ, ਉਹ ਤੁਹਾਡੇ ਕੋਲ ਹਥਿਆਰ ਹੈ, ਚੁਣਾਵੀ ਹਥਿਆਰ ਦੇ ਤੌਰ ਤੇ ਤੁਸੀਂ ਅਕਸਰ ਪਾਕਿਸਤਾਨ ਨੂੰ ਯੂਜ਼ ਕਰਦੇ ਹੋ। ਮੁਕਾਬਲਾ ਹਰ ਲੈਵਲ ਦੇ ਉੱਤੇ ਜੇ ਕਰਨਾ ਹੈ, ਅਸੀਂ ਜੇ ਤਰੱਕੀ ਕਰਨੀ ਹੈ, ਭਾਰਤ ਨੇ ਅੱਗੇ ਵਧਣਾ ਹੈ, ਤਾਂ ਮੁਕਾਬਲਾ ਆਪਣੇ ਤੋਂ ਬਰਾਬਰ ਦੇ ਲੋਕਾਂ ਨਾਲ ਜਾਂ ਆਪਣੇ ਤੋਂ ਜਿਹੜੇ ਵੱਡੇ ਲੋਕ ਉਹਨਾਂ ਨਾਲ ਕਰਨਾ ਚਾਹੀਦਾ, ਨਾ ਕਿ ਜਿਹੜੇ ਕਮਜ਼ੋਰ ਲੋਕ ਆ ਉਹਦੇ ਨਾਲ ਅਸੀਂ ਆਪਣਾ ਮੁਕਾਬਲਾ ਕਰੀਏ। ਪਾਕਿਸਤਾਨ ਨਾਲ ਕਿਸੇ ਵੀ ਪੱਧਰ ਦੇ ਉੱਤੇ ਕੋਈ ਮੁਕਾਬਲਾ ਨਹੀਂ ਹੈ, ਤੇ ਚਾਈਨਾ ਨਾਲ ਮੁਕਾਬਲਾ ਬਣਦਾ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਸਵੇਰੇ ਹੀ ਕੋਈ ਜੰਗ ਸ਼ੁਰੂ ਹੋ ਜਾਵੇ, ਲੜਾਈ ਸ਼ੁਰੂ ਹੋ ਜਾਵੇ, ਪਰ ਜ਼ੋਰ ਦੇ ਕੇ ਅਸੀਂ ਉਹ ਗੱਲ ਕਰ ਤਾਂ ਸਕਦੇ ਹਾਂ, ਵਿਸ਼ਵ ਮੰਚਾਂ ਤੇ ਕਰ ਸਕਦੇ ਹਾਂ, ਇੰਟਰਨੈਸ਼ਨਲ ਜਿਹੜੀ ਫੋਰਮਸ ਹੈਗੇ ਉੱਥੇ ਕਰ ਸਕਦੇ ਹਾਂ, UNO 'ਚ ਕਰ ਸਕਦੇ ਹਾਂ, ਜਾਂ ਦੁਨੀਆ ਦੇ ਸਾਹਮਣੇ ਸੱਚਾਈ ਤਾਂ ਰੱਖਣ ਦੀ ਜ਼ਰੂਰਤ ਹੈ ਨਾ। ਸੱਚਾਈ ਇਸ ਕਰਕੇ ਨਹੀਂ ਰੱਖੀ ਜਾਂਦੀ ਵੀ ਜਿਹੜਾ ਇੱਕ ਭਰਮਜਾਲ ਫੈਲਾਇਆ ਹੋਇਆ ਕਿ ਅਸੀਂ ਬਹੁਤ ਮਜ਼ਬੂਤ ਹੈ, ਫਿਰ ਉਹ ਸਾਰਾ ਜਾਲ ਜਿਹੜਾ ਟੁੱਟ ਜਾਂਦਾ ਹੈ। ਜੀ ਬਿਲਕੁਲ ਦਸਾਂਝ ਸਾਹਿਬ, ਜਿਹੜੀਆਂ ਇਸ ਸਾਲ ਦੀਆਂ ਹੋਰ ਘਟਨਾਵਾਂ ਭਾਰਤ ਵਿੱਚ ਹੋਈਆਂ ਨੇ ਵੱਡੀਆਂ,
ਉਹਨਾਂ ਦੇ ਵਿੱਚ ਇੱਕ ਜਿਹੜੇ ਸਾਡੇ ਫੌਜਾਂ ਦੇ ਮੁਖੀ ਬਣਾਏ ਸੀ ਪਹਿਲੇ ਬਿਪਨ ਰਾਵਤ ਰੀ, ਉਹਨਾਂ ਦੀ ਮੌਤ ਹੋ ਜਾਣਾ, ਉਹਦੇ ਤੇ ਚਾਹੇ ਇਨਕੁਆਇਰੀ ਹੋ ਰਹੀ ਆ, ਕੁਝ ਸੰਕੇਤ ਮਿਲੇ ਵੀ ਆ ਕਿ ਉਹ ਇੱਕ ਅਚਾਨਕ ਹੋਈ ਘਟਨਾ ਆ। ਇੱਕ ਉਹ ਵੱਡੀ ਘਟਨਾ ਆ ਜਿਹਨੂੰ ਇਸ ਸਾਲ ਜਿਹੜਾ ਉਹ ਯਾਦ ਰੱਖਿਆ ਜਾਏਗਾ। ਜੀ ਜੀ ਬਿਲਕੁਲ। ਆ ਦੇਖੋ, ਭਾਵੇਂ ਉਦੋਂ ਬੜੀ ਇਹਦੇ ਤੇ ਚਰਚਾ ਵੀ ਹੋਈ ਤੇ ਇਹਦੇ ਤੇ ਪਰੇਸ਼ਾਨ ਵੀ ਕੀਤੀ ਗਈ, ਪਰ ਅਲਟੀਮੇਟਲੀ ਇਹ ਨਿਕਲ ਰਿਹਾ ਕਿ ਇਸੇ ਤਰ੍ਹਾਂ ਅਚਾਨਕ ਵਾਪਰੀ ਹੋਈ ਘਟਨਾ ਹੈ, ਪਰ ਬਹੁਤ ਜ਼ਿਆਦਾ ਖਤਰਨਾਕ ਹੱਦ ਤੱਕ ਇਹ ਸਥਿਤੀਆਂ ਇਦਾਂ ਦੀਆਂ ਬਣ ਜਾਂਦੀਆਂ ਰਹੀਆਂ ਕਿ ਜੇ ਇੱਕ ਭਾਰਤੀ ਫੌਜ, ਜਿਹਨੂੰ ਤੁਸੀਂ ਕਹਿੰਦੇ ਹੋ ਭਾਰਤੀ ਫੌਜ ਜਿਹੜੀ ਬੜੀ ਤਾਕਤਵਰ ਹੈ, ਉਹਦੇ ਚੀਫ ਆਫ ਡਿਫੈਂਸ ਸਟਾਫ ਜਿਹੜੇ ਹੈ ਜਨਰਲ ਵਿਪਨ ਰਾਵਤ ਤੇ ਉਹਨਾਂ ਦੀ ਧਰਮ ਪਤਨੀ ਤੇ ਨਾਲ 12 ਦੇ ਕਰੀਬ 11 ਦੇ ਕਰੀਬ ਹੋਰ ਜਿਹੜੇ ਉਹਨਾਂ ਦੇ ਅਧਿਕਾਰੀ ਤੇ ਜਵਾਨ, ਉਹ ਇਸ ਤਰ੍ਹਾਂ ਦੇ ਹਾਦਸੇ ਦੇ ਵਿੱਚ ਜਿਹੜੇ ਫੌਤ ਹੋ ਜਾਂਦੇ ਆ, ਇਸ ਤੋਂ ਵੱਡਾ ਝਟਕਾ ਨਹੀਂ ਹੋ ਸਕਦਾ ਕਿਸੇ ਵੀ ਸਰਕਾਰ ਵਾਸਤੇ, ਕਿਸੇ ਵੀ ਮੁਲਕ ਵਾਸਤੇ। ਤੇ ਸੰਭਾਵਨਾਵਾਂ ਭਵਿੱਖ ਦੇ ਵਿੱਚ ਇਦਾਂ ਦੀਆਂ ਬਣਾਉਣੀਆਂ ਚਾਹੀਦੀਆਂ ਵੀ ਜਿਹੜੇ ਇਦਾਂ ਦੇ ਹਾਦਸੇ ਆ ਉਹ ਨਾ ਵਾਪਰਨ। ਘੱਟੋ ਘੱਟ ਜਿੱਦਾਂ ਦੱਸਿਆ ਗਿਆ ਕਿ ਉਹ ਏਰੀਆ ਜਿਸ ਕਿਸਮ ਦਾ ਸੀ, ਤੇ ਫਿਰ ਮੌਸਮ, ਤੇ ਜਦੋਂ ਤੁਸੀਂ ਉੱਡਣਾ ਆ ਇੱਦਾਂ ਹੈਲੀਕਾਪਟਰਸ ਦੇ ਵਿੱਚ ਜਾਂ ਜਹਾਜ਼ ਦੇ ਵਿੱਚ, ਤਾਂ ਜਿਹੜੀਆਂ ਬਹੁਤ ਜ਼ਰੂਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਧਿਆਨ 'ਚ ਰੱਖਣ ਦੀ ਜਿਹੜੀ ਜ਼ਰੂਰਤ ਹੈ। ਤੇ ਮੌਸਮ ਕਿੱਦਾਂ ਦਾ ਆ, ਕੀ ਹੁਣ ਫਲਾਈ ਹੋ ਸਕਦੀ ਕਿ ਨਹੀਂ ਹੋ ਸਕਦੀ, ਤੁਸੀਂ ਕਿਸ ਏਰੀਏ ਦੇ ਉੱਪਰੋਂ ਲੰਘਣਾ ਆ, ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਕਿਤੇ ਨਾ ਕਿਤੇ ਲਾਪਰਵਾਹੀ ਤਾਂ ਇਹਦੇ 'ਚ ਹੈ ਨਾ। ਫਿਰ ਮਤਲਬ ਲਾਪਰਵਾਹੀ ਕਹਿ ਸਕਦੇ ਆ ਤੁਸੀਂ, ਜਾਂ ਕਹਿ ਲਓ ਵੀ ਕੁਝ ਚੀਜ਼ਾਂ ਨੂੰ ਅਣਦੇਖਾ ਕਰ ਦੇਣਾ, ਨਜ਼ਰਅੰਦਾਜ਼ ਕਰ ਦੇਣਾ ਕਿ ਚਲ ਕੋਈ ਗੱਲ ਨਹੀਂ, ਕਿਹੜੀ ਗੱਲ ਹੈ। ਤੇ ਇਹ ਹਾਦਸਾ ਜਿਹੜਾ ਕੁਝ ਸਬਕ ਤਾਂ ਲਾਜ਼ਮੀ ਤੌਰ ਤੇ ਦਿੰਦਾ ਹੈ। ਭਵਿੱਖ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਨਾ ਵਾਪਰਨ, ਉਹਦਾ ਸਾਡੇ ਸਿਸਟਮ ਦੇ ਵਿੱਚ ਕੋਈ ਇਸ ਕਿਸਮ ਦਾ ਪ੍ਰਬੰਧ ਜਿਹੜਾ ਲਾਜ਼ਮੀ ਤੌਰ ਤੇ ਕਰਨ ਦੀ ਜ਼ਰੂਰਤ ਹੈ। ਤੇ ਵਿਪਨ ਰਾਵਤ ਹੋਰਾਂ ਨੂੰ, ਉਹਨਾਂ ਦੇ ਪਰਿਵਾਰ ਨੂੰ, ਤੇ ਨਾਲ ਜਿਹੜੇ ਉਹਨਾਂ ਦੇ ਨਾਲ ਫੌਤ ਹੋਏ ਨੇ ਜਿਹੜੇ ਅਧਿਕਾਰੀ ਤੇ ਮੁਲਾਜ਼ਮ, ਉਹਨਾਂ ਨੂੰ ਅਸੀਂ ਸ਼ਰਧਾਂਜਲੀ ਹੀ ਭੇਟ ਕਰ ਸਕਦੇ ਹਾਂ। ਤੇ ਉਮੀਦ ਕਰਦੇ ਹਾਂ ਕਿ ਸਰਕਾਰਾਂ ਤਾਂ ਇਹਦੇ ਵੱਲ ਜ਼ਰੂਰ ਧਿਆਨ ਦੇਣ, ਭਵਿੱਖ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਨਾ ਹੋਣ। ਜੀ ਅੱਛਾ ਦਸਾਂਝ ਸਾਹਿਬ, ਜਿਹੜਾ ਇਹ ਲੰਘਿਆ ਵਰਾ ਆ, ਇਹਦੇ ਵਿੱਚ ਖੇਡਾਂ ਦੇ ਜਗਤ ਦੇ ਵਿੱਚ ਭਾਰਤ ਨੇ ਥੋੜੀ ਜੀ ਅੱਗੇ ਵਧਿਆ ਦਿਖਦਾ ਹੈ, ਕਿਉਂਕਿ ਪਹਿਲਾਂ ਕੱਲੀ ਕ੍ਰਿਕਟ ਨੂੰ ਹੀ ਜਿਹੜਾ ਹਾਈਲਾਈਟ ਕੀਤਾ ਜਾਂਦਾ ਸੀਗਾ। ਇਸ ਵਾਰ ਜਿਹੜੀਆਂ ਓਲੰਪਿਕ ਹੋਈਆਂ ਤੇ ਪੈਰਾਲੰਪਿਕ ਖੇਡਾਂ ਹੋਈਆਂ, ਉਹਦੇ ਵਿੱਚ ਭਾਰਤ ਦੇ ਜਿਹੜੇ ਐਥਲੀਟ ਜਾਂ ਕੁਝ ਜਿਹੜੇ ਨਿਸ਼ਾਨੇਬਾਜ਼, ਕੁਝ ਲੋਕ, ਉਹਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਅੱਗੇ ਨਾਲੋਂ, ਤੇ ਬਿਹਤਰ ਭਵਿੱਖ ਦੀ ਇੱਕ ਜਿਹੜੀ ਆ ਉਹ ਕਿਰਨ ਨਜ਼ਰ ਆਈ ਹੈ ਥੋੜੀ ਜੀ। ਦੇਖੋ, ਸਪੋਰਟਸ ਨੂੰ ਬਹੁਤ ਸੀਰੀਅਸ ਲੈਣ ਦੀ ਜ਼ਰੂਰਤ ਹੈ। ਸਾਨੂੰ ਥੋੜੇ ਸਿੱਖਣਾ ਚਾਹੀਦਾ ਆਪਣੇ ਗੁਆਂਢ ਤੋਂ, ਜਿਨ੍ਹਾਂ ਨਾਲ ਅਸੀਂ ਕਿਸੇ ਵੀ ਪੱਧਰ ਦੇ ਮੁਕਾਬਲੇ 'ਚ ਨਹੀਂ, ਚਾਈਨਾ ਤੋਂ ਘੱਟੋ ਘੱਟ ਸਿੱਖਣਾ ਚਾਹੀਦਾ। ਚਾਈਨਾ ਨੇ ਹਰ ਖੇਤਰ ਦੇ ਵਿੱਚ ਤਰੱਕੀ ਕੀਤੀ ਹੈ, ਤੇ ਸਪੋਰਟਸ ਨੂੰ ਉਹਨਾਂ ਨੇ ਇੱਕ ਈਵੈਂਟ ਦੇ ਤੌਰ ਤੇ ਨਹੀਂ ਲਿਆ। ਸਪੋਰਟਸ ਨੂੰ ਚਾਈਨਾ ਨੇ ਇੱਕ ਇਮੋਸ਼ਨ ਦੇ ਤੌਰ ਤੇ, ਜਜ਼ਬੇ ਦੇ ਤੌਰ ਤੇ ਲਿਆ, ਤੇ ਇੱਕ ਸੁਪਰ ਪਾਵਰ ਬਣਨ ਵੱਲ ਜਿਹੜੀ ਉਹਦੀ ਇੱਕ ਲਗਾਤਾਰ ਇੱਕ ਰਫਤਾਰ ਜਿਹੜੀ ਆ ਉਹਨੂੰ ਹੋਰ ਤੇਜ਼ ਕਰਨ ਦੇ ਲਿਹਾਜ਼ ਨਾਲ ਲਿਆ। ਕਿਉਂਕਿ ਜਦੋਂ ਤੁਸੀਂ ਇੰਟਰਨੈਸ਼ਨਲ ਜਿਹੜੀ ਈਵੈਂਟਸ ਜਾਂਦੇ ਹੋ, ਚਾਹੇ ਓਲੰਪਿਕਸ ਹੋਣ ਜਾਂ ਵਰਲਡ ਕੱਪ ਕੋਈ ਹੋਵੇ, ਸੰਸਾਰ ਖੇਡਾਂ ਹੋਣ, ਉੱਥੇ ਤੁਹਾਡੇ ਮੁਲਕ ਦੀ ਪਰਫਾਰਮੈਂਸ ਕੀ ਰਹਿੰਦੀ ਹੈ, ਉਹਦੇ ਨਾਲ ਵੀ ਇੱਕ ਤੁਹਾਡੇ ਮੁਲਕ ਦਾ ਮਾਣ, ਇੱਜ਼ਤ, ਵਕਾਰ ਛੁੱਟ ਜਾਂਦਾ ਹੈ। ਪਤਾ ਲੱਗਦਾ ਹੈ ਕਿ ਸਪੋਰਟਸ ਦੇ ਵਿੱਚ ਕਿੰਨਾ ਜ਼ਿਆਦਾ ਕਿਸੇ ਮੁਲਕ ਦੀ ਸਰਕਾਰ ਇੰਟਰਸਟ ਲੈਂਦੀ ਹੈ, ਤੇ ਇਹਦਾ ਸਟਰਕਚਰ ਯਾਨੀ ਕਿੰਨਾ ਵਧੀਆ ਹੋਏਗਾ ਉਸ ਮੁਲਕ ਦਾ, ਜੇ ਇਸ ਮੁਲਕ ਨੇ ਕੁਝ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ ਵੀ ਉੱਥੋਂ ਗ੍ਰੇਟ ਪਲੇਅਰ ਜਿਹੜੇ ਨਿਕਲ ਰਹੇ ਆ, ਮਹਾਨ ਪਲੇਅਰ ਨਿਕਲ ਰਹੇ ਆ, ਜਿਨ੍ਹਾਂ ਨੇ ਜਿਹੜੇ ਪਿਛਲੇ ਰਿਕਾਰਡ ਤੋੜੇ ਹੋਣ, ਨਵੇਂ ਰਿਕਾਰਡ ਬਣਾ ਦਿੱਤੇ ਹੋਣ। ਚਾਈਨਾ ਨੇ ਇਹ ਕਰਕੇ ਦਿਖਾਇਆ। ਕਿਸੇ ਵੇਲੇ ਜਦੋਂ ਓਲੰਪਿਕਸ ਹੁੰਦੀ ਸੀ ਤੇ ਦੋ ਕੈਂਪ ਜਿਹੜੇ ਆਮੋ ਸਾਹਮਣੇ ਲੜਿਆ ਕਰਦੇ ਸੀਗੇ, ਜਿਹਨੂੰ ਸਰਦ ਜੰਗ ਵੀ ਕਹਿੰਦੇ ਰਹੇ ਆਪਾਂ, ਕੋਲਡ ਵਾਰ, ਉਹ ਦੋ ਮੁਲਕ ਸੀ, ਅਮਰੀਕਾ ਤੇ ਸੋਵੀਅਤ ਯੂਨੀਅਨ। ਤੇ ਜੇ ਤੁਸੀਂ ਉਹ 1980 ਤੋਂ ਪਹਿਲਾਂ ਦਾ ਕੱਢ ਕੇ ਦੇਖੋ, ਜਾਂ 84 ਦੀ ਓਲੰਪਿਕ ਤੱਕ ਵੀ ਦੇਖੋ, ਤੁਸੀਂ 80 ਦੀ ਮਾਸਕੋ ਓਲੰਪਿਕ ਦਾ ਬਾਈਕਾਟ ਕੀਤਾ ਸੀ ਅਮਰੀਕਾ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਮੁਲਕਾਂ ਨੇ, ਪਰ ਉਸ ਤੋਂ ਬਾਅਦ 84 ਦੀ ਓਲੰਪਿਕ 'ਚ ਦੋਵੇਂ ਮੁਲਕ ਫਿਰ ਆਮੋ ਸਾਹਮਣੇ ਸੀਗੇ।
ਜੇ 84 80 ਦੀ 올림픽 ਨੂੰ ਮਾਈਨਸ ਕਰਕੇ 84 ਦੀ 올림픽 ਤੱਕ ਦੇ ਤੁਸੀਂ ਜੇ ਨਤੀਜੇ ਦੇਖੋਗੇ ਤਾਂ ਬਰੋ ਬਰਾਬਰ ਨਹੀਂ, ਸਗੋਂ ਕਈ ਮਾਮਲਿਆਂ ਦੇ ਵਿੱਚ ਸੋਵੀਅਤ ਯੂਨੀਅਨ ਅੱਗੇ ਸੀ ਅਮਰੀਕਾ ਤੋਂ। ਸਪੋਰਟਸ ਦੇ ਮੈਡਲਸ ਦੇ ਮਾਮਲੇ ਦੇ ਵਿੱਚ, ਗੋਲਡ ਮੈਡਲ ਦੇ ਮਾਮਲੇ ਦੇ ਵਿੱਚ ਗਿਣਤੀ ਵੀ ਲਗਭਗ ਨੇੜੇ ਤੇੜੇ ਰਹਿੰਦੀ ਸੀ। ਉਦੋਂ ਵੀ ਚਾਈਨਾ ਤੀਜੇ ਨੰਬਰ ਤੇ ਹੁੰਦਾ ਸੀ ਤੇ ਹੁਣ ਸੋਵੀਅਤ ਯੂਨੀਅਨ ਨਹੀਂ ਹੈ। ਉਹਦੇ ਬਾਵਜੂਦ ਰੂਸ ਜਿਹੜਾ ਇੱਕ ਮੁਲਕ ਹੈ, ਹੁਣ ਜਿਹੜਾ ਸੋਵੀਅਤ ਯੂਨੀਅਨ ਟੁੱਟ ਗਿਆ, ਛੋਟੇ ਮੁਲਕ ਵੱਖਰੇ ਹੋ ਗਏ, ਪਰ ਰੂਸ ਹਾਲੇ ਵੀ ਇੱਕ ਸਪੋਰਟਸ ਦੀ ਪਾਵਰ ਹੈ। ਚੌਥੇ ਪੰਜਵੇਂ ਨੰਬਰ ਤੇ ਹਾਲੇ ਵੀ ਰੂਸ ਰਹਿੰਦਾ, ਤੀਜੇ ਚੌਥੇ ਪੰਜਵੇਂ ਤੇ। ਯਾਨੀ ਉਹ ਇੱਕ ਸਟਰਕਚਰ ਜਿਹੜਾ ਸੋਵੀਅਤ ਯੂਨੀਅਨ ਚ ਬਣਿਆ ਸੀ ਸਪੋਰਟਸ ਦਾ, ਉਹ ਸੋਵੀਅਤ ਯੂਨੀਅਨ ਨਹੀਂ ਵੀ ਰਿਹਾ ਤਾਂ ਵੀ ਉਹ ਸਟਰਕਚਰ ਜਿਹੜਾ ਉੱਥੇ ਕਾਇਮ। ਭਾਰਤ ਨੇ ਇਹਨਾਂ ਪੋਜੀਸ਼ਨਾਂ ਤੇ ਹਾਲੇ ਪਹੁੰਚਣਾ ਹੈ। ਚਾਈਨਾ ਨੇ ਉਹ ਪੋਜੀਸ਼ਨ ਹਾਸਲ ਕਰ ਲਈ ਹੈ। ਚਾਈਨਾ ਚ ਜਿਸ ਕਿਸਮ ਦਾ ਸਪੋਰਟਸ ਦਾ ਸਿਸਟਮ ਹੈ ਤੇ ਉਹਨੂੰ ਅਸੀਂ ਤਾਂ ਕਹਿੰਦੇ ਅਡਾਪਟ ਕੀਤਾ ਜਾਏ, ਪਰ ਘੱਟੋ ਘੱਟ ਉਹਦੇ ਤੋਂ ਪ੍ਰੇਰਣਾ ਲੈ ਕੇ ਜੇ ਮੁਕਾਬਲਾ ਹੀ ਕਰਨਾ ਚਾਈਨਾ ਨਾਲ ਤਾਂ ਇੱਦਾਂ ਦੇ ਖੇਤਰਾਂ 'ਚ ਕੀਤਾ ਜਾਏ। ਤੇ ਐਤਕਾਂ ਪਿਛਲਾ ਸਾਲ ਜਿਹੜਾ ਲੰਘਿਆ, ਭਾਰਤ ਦੇ ਕੁਝ ਖਿਡਾਰੀ ਚਮਕੇ ਨੇ 올림픽 ਦੇ ਵਿੱਚ। ਨੀਰਜ ਚੋਪੜਾ ਜਿਵੇਂ ਹੋ ਗਏ, ਹਾਕੀ ਦੇ ਵਿੱਚ ਵੀ ਅਸੀਂ ਕਾਫੀ ਜ਼ਿਆਦਾ ਮਿਹਨਤ ਦੇ ਨਾਲ ਅੱਗੇ ਆਏ ਹਾਂ, ਜਿੱਥੇ ਅਸੀਂ 12 ਟੀਮਾਂ ਦੇ ਵਿੱਚੋਂ ਕਈ ਵਾਰੀ 11ਵੇਂ ਨੰਬਰ ਤੇ ਰਹਿੰਦੇ ਰਹੇ ਹਾਂ। ਪਿਛਲੇ ਕੁਝ ਸਾਲਾਂ ਦੇ ਵਿੱਚ ਅਸੀਂ ਫਾਈਨਲ ਤੱਕ ਪਹੁੰਚਣ ਤੱਕ ਆ ਗਏ ਸੀ। ਵੱਖਰੀ ਗੱਲ ਹੈ ਫਾਈਨਲ 'ਚ ਨਹੀਂ ਪਹੁੰਚ ਸਕੇ ਤੇ ਫਿਰ ਕਾਂਸੀ ਦੇ ਤਮਗੇ ਤੇ ਜਿਹੜਾ ਕਰਨਾ ਪਿਆ ਸਬਰ। ਤੇ ਕੁੜੀਆਂ ਦੀ ਹਾਕੀ ਦੀ ਟੀਮ ਨੇ ਵੀ ਬਹੁਤ ਮੁੰਡਿਆਂ ਦੀ ਹਾਕੀ ਦੀ ਟੀਮ ਵਾਂਗ ਬਿਹਤਰ ਪ੍ਰਦਰਸ਼ਨ ਕੀਤਾ। ਜਿਹੜੀਆਂ ਇੰਡੀਵਿਜੂਅਲ ਗੇਮਸ ਹੈਗੀਆਂ, ਐਥਲੈਟਿਕਸ ਦੇ ਵਿੱਚ ਵੀ ਕਾਫੀ ਬਿਹਤਰ ਅੱਗੇ ਨਾਲੋਂ ਅਸੀਂ ਕੀਤਾ ਹੈ। ਇਹਨੂੰ ਕੰਟੀਨਿਊ ਕਰਨ ਦੀ ਜ਼ਰੂਰਤ ਹੈ। ਕੰਟੀਨਿਊ ਕਰਨ ਦੇ ਨਾਲ ਨਾਲ ਇਹਨੂੰ ਹੋਰ ਅੱਗੇ ਵਧਾਉਣ ਵਾਸਤੇ ਮਜ਼ਬੂਤੀ ਦੇ ਨਾਲ ਇੱਕ ਤਾਂ ਸਪੋਰਟਸ ਫੰਡ ਜਿਹੜੇ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹੜੇ ਨਾਲ ਦੀ ਨਾਲ ਸਪੋਰਟਸ ਪਾਲਿਸੀ ਜਿਹੜੀ ਹੈ ਹੇਠਲੇ ਲੈਵਲ ਤੋਂ, ਸਕੂਲੀ ਲੈਵਲ ਤੋਂ ਬੱਚਿਆਂ ਨੂੰ ਇਸ ਢੰਗ ਦੇ ਨਾਲ ਸਪੋਰਟਸ ਨਾਲ ਜੋੜਿਆ ਜਾਏ ਕਿ ਜਿੱਦਾਂ ਬੱਚਾ ਜਵਾਨ ਹੁੰਦਾ ਜਾਏ ਤੇ ਆਪਣੇ ਪਿੰਡ ਲਈ, ਆਪਣੇ ਜ਼ਿਲ੍ਹੇ ਲਈ, ਆਪਣੇ ਸੂਬੇ ਲਈ ਤੇ ਦੇਸ਼ ਲਈ ਜਿਹੜਾ ਬਿਹਤਰ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਦਾ ਚਲਿਆ ਜਾਏ ਤੇ ਦੁਨੀਆ 'ਚ ਉਸ ਖਿਡਾਰੀ ਦਾ ਨਾਂ ਨਹੀਂ ਚਮਕਦਾ, ਇਹਦੇ ਨਾਲ ਮੁਲਕ ਦਾ ਨਾਂ ਵੀ ਲਾਜ਼ਮੀ ਤੌਰ ਤੇ ਉੱਤੇ ਸੁਨਹਿਰੀ ਅੱਖਰਾਂ 'ਚ ਆ ਜਾਂਦਾ ਜੀ। ਦਸਾਂਝ ਸਾਹਿਬ, ਸਾਲ ਦੇ ਅਖੀਰਲੇ ਦਿਨਾਂ ਦੇ ਵਿੱਚ ਜਾਂਦਿਆਂ ਇੱਕ ਚੰਗੀ ਖਬਰ ਹੋਰ ਆਈ ਕਿ ਪੰਜਾਬ ਦੀ ਇੱਕ ਧੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਭਾਰਤ ਦਾ ਨਾਂ ਪੂਰੇ ਦਾ ਉੱਚਾ ਕੀਤਾ, ਜਿੱਥੇ ਉਹਨੇ ਪੰਜਾਬ ਦਾ ਨਾਂ ਉੱਚਾ ਕੀਤਾ। ਔਰ ਇੱਕ ਗੁਰਦਾਸਪੁਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ 'ਚ ਜੰਮੀ ਪਲੀ ਕੁੜੀ, ਭਾਵੇਂ ਅੱਜ ਕੱਲ੍ਹ ਉਹ ਤੁਹਾਡੇ ਗੁਆਂਢ ਰਹਿੰਦੀ ਆ, ਇੱਕ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ ਇਹ ਵੀ। ਤੇ ਇਸ ਸਾਲ ਦੀ ਇਹ ਵੀ ਇੱਕ ਜਿਹੜੀ ਯਾਦਗਾਰ ਹੈ ਉਹ ਭਾਰਤ ਦੇ ਨਾਲ ਜੁੜੀ ਰਹੇਗੀ। ਬਿਲਕੁਲ, ਹਰਨਾਜ਼ ਸੰਧੂ ਉਹਨਾਂ ਨੇ ਆਪਣੀ ਪ੍ਰਤਿਭਾ ਦੇ ਦਮ ਦੇ ਉੱਤੇ, ਭਾਵੇਂ ਅਸੀਂ ਜਿਹੜੀਆਂ ਇੱਦਾਂ ਦੀਆਂ ਈਵੈਂਟਸ ਜਿਹੜੇ ਆ ਉਹਨੂੰ ਮਾਰਕੀਟ ਨਾਲ ਜੋੜ ਕੇ ਦੇਖਦੇ ਹਾਂ, ਪਰ ਉਹਦੇ ਬਾਵਜੂਦ ਜਦੋਂ ਤੁਸੀਂ ਇੱਦਾਂ ਦੇ ਈਵੈਂਟਸ 'ਚ ਜਾਂਦੇ ਹੋ ਤਾਂ ਉਹਦੇ 'ਚ ਕੇਵਲ ਤੁਹਾਡੀ ਜਿਹੜੀ ਸਰੀਰਕ ਦਿੱਖ ਜਿਹੜੀ ਹੈ ਉਹਨੂੰ ਨਹੀਂ ਦੇਖਿਆ ਜਾਂਦਾ, ਉਹਦੇ ਨਾਲ ਨਾਲ ਤੁਹਾਡੀ ਪ੍ਰਤਿਭਾ ਦੇ ਜਿਹੜੀ ਪ੍ਰਤਿਭਾ ਦੇ ਵਿੱਚ ਤੁਹਾਡੇ ਕੋਲ ਵੱਖ-ਵੱਖ ਜਿਹੜੇ ਗੁਣ ਹੈ ਤੁਹਾਡੀ ਸ਼ਖਸੀਅਤ ਦੇ, ਉਹਨਾਂ ਦੀ ਪਰਖ ਵੀ ਹੁੰਦੀ ਹੈ। ਚਾਹੇ ਇੰਟਲੈਕਟ ਹੋਵੇ, ਚਾਹੇ ਦੁਨੀਆ ਨੂੰ ਜਾਣਨ ਸਮਝਣ ਦੀ ਜਿਹੜੀ ਉਹਦੇ ਕੋਲ ਗਿਆਨ ਹੋਵੇ, ਖੂਬਸੂਰਤੀ ਦੇ ਨਾਲ ਨਾਲ ਜੀਵਨ ਦੇ ਹਰ ਖੇਤਰ ਦੇ ਵਿੱਚ ਤੁਹਾਡੀ ਕਿਸ ਕਿਸਮ ਦੀ ਕਹਿ ਲਓ ਵੀ ਤੁਹਾਡਾ ਨਜ਼ਰੀਆ ਕਿਸ ਕਿਸਮ ਦਾ ਹੈ, ਤੁਹਾਡੀ ਜਾਣਕਾਰੀ ਕਿਸ ਕਿਸਮ ਦੀ ਹੈ, ਉਹ ਸਾਰੇ ਕੁਝ ਦੇ ਉੱਤੇ ਤੁਸੀਂ ਜਦੋਂ ਪੂਰੇ ਉਤਰਦੇ ਹੋ ਤਦ ਜਾ ਕੇ ਤੁਸੀਂ ਇਸ ਤਰ੍ਹਾਂ ਦਾ ਤਾਜ ਜਿਹੜਾ ਆਪਣੇ ਸਿਰ ਤੇ ਸਜਾਉਣ ਦੇ ਕਾਬਲ ਹੁੰਦੇ ਹੋ। ਹਰਨਾਜ਼ ਸੰਧੂ ਨੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਸਾਰੀ ਦੁਨੀਆ ਦੇ ਵਿੱਚ ਇੱਕ ਕੋਵਿਡ ਦਾ ਦੌਰ ਵੀ ਚੱਲ ਰਿਹਾ ਸੀ ਤੇ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਵੀ ਸੀ ਤੇ ਕਿਸਾਨ ਅੰਦੋਲਨ ਵੀ ਪੰਜਾਬ ਤੋਂ ਉੱਠਿਆ ਸੀ ਤੇ ਪੰਜਾਬ ਦੀ ਧੀ ਉਹਨਾਂ ਦਿਨਾਂ ਦੇ ਵਿੱਚ ਹਰਨਾਜ਼ ਸੰਧੂ ਜਦੋਂ ਮਿਸ ਯੂਨੀਵਰਸ ਦਾ ਖਿਤਾਬ ਜਿਹੜਾ ਹਾਸਲ ਕਰਦੀ ਹੈ, ਲਾਜ਼ਮੀ ਹੈ ਇੱਕ ਤਕਲੀਫ ਦੇ ਦਿਨਾਂ ਦੇ ਦੌਰਾਨ ਇੱਕ ਕਹਿ ਲਓ ਵੀ ਰੇਗਿਸਤਾਨ 'ਚ ਤਾਜ਼ੀ ਹਵਾ ਦੇ ਬੁੱਲੇ ਵਾਂਗ ਉਹ ਖਬਰ ਜਿਹੜੀ ਹੈ ਛਾਇਆ ਹੁੰਦੀ ਹੈ ਤੇ ਬਹੁਤ ਲਾਜ਼ਮੀ ਤੌਰ ਤੇ ਸੁਨਹਿਰੇ ਅੱਖਰਾਂ ਦੇ ਵਿੱਚ ਪਿਛਲਾ ਵਰ੍ਹਾ ਇਸ ਗੱਲ ਕਰਕੇ ਵੀ ਲਿਖਿਆ ਜਾਏਗਾ ਭਾਰਤ ਲਈ ਵੀ ਪੰਜਾਬ ਦੀ ਇੱਕ ਧੀ ਨੇ ਮਿਸ ਯੂਨੀਵਰਸ ਦਾ, ਬ੍ਰਹਿਮੰਡ ਸੁੰਦਰੀ ਦਾ ਤਾਜ ਆਪਣੇ ਸਿਰ ਤੇ ਸਜਾਇਆ ਜੀ। ਦਸਾਂਝ ਸਾਹਿਬ, ਇੱਕ ਹੋਰ ਚੀਜ਼ ਆਪਾਂ ਕਰ ਲਈਏ ਤੇ ਫਿਰ ਆਪਾਂ ਇੱਕ ਦੋ ਲੋਕਲ ਖਬਰਾਂ ਵੇਖ ਲਾਂਗੇ ਜੇ ਸਮਾਂ ਮਿਲਦਾ ਤਾਂ,
ਇੱਕ ਚੀਜ਼ ਮੈਂ ਇਹ ਵੀ ਤੁਹਾਨੂੰ ਇੱਥੇ ਯਾਦ ਦਿਵਾਉਣੀ ਚਾਹੁੰਦਾ ਹਾਂ ਕਿ ਇਹ ਵੀ ਇਸ ਸਾਲ ਦੇ ਅਖੀਰਲੇ ਦਿਨਾਂ ਵਿੱਚ ਹੋਇਆ ਕਿ ਕਿਸਾਨ ਮੋਰਚੇ ਦੀ ਜਿੱਤ ਤੋਂ ਬਾਅਦ ਕਿਸਾਨ ਯੂਨੀਅਨਾਂ ਨੇ ਰਾਜਨੀਤੀ 'ਚ ਪੈਰ ਰੱਖਣ ਦਾ ਸੋਚਿਆ। ਇੱਕ ਭਾਰੀ ਪ੍ਰੈਸ਼ਰ ਉਹਨਾਂ ਤੇ ਪਿਆ ਜਿਹਦੇ ਕਰਕੇ ਉਹਨਾਂ ਨੂੰ ਰਾਜਨੀਤੀ ਦੇ ਪਿੜ 'ਚ ਉਤਰਨਾ ਪਿਆ। ਉਹਦੇ ਚੰਗੇ ਜਾਂ ਮਾੜੇ ਰਿਜ਼ਲਟ ਕੀ ਆਉਂਦੇ ਆ ਉਹ ਜੇ ਭਵਿੱਖ ਦੀ ਬੁੱਕਲ 'ਚ ਛੁਪਿਆ ਪਿਆ। ਪਰ ਇੱਕ ਨਵਾਂ ਐਕਸਪੈਰੀਮੈਂਟ ਜਿਹੜਾ ਹੋਣ ਜਾ ਰਿਹਾ ਹੈ ਉਹਦੇ ਲਈ ਵੀ ਮੁੱਢ ਜਿਹੜਾ ਵਾ ਉਹ ਜਿਹੜਾ ਲੰਘਿਆ ਵਰਾ ਤੁਸੀਂ ਕਹਿ ਰਹੇ ਹੋ ਅਸੀਂ ਅੱਜ ਸਾਡਾ ਅਜੇ ਕੁਝ ਕੁ ਘੰਟੇ ਬਾਕੀ ਆ, ਉਹਦੇ ਵਿੱਚ ਰੱਖਿਆ ਗਿਆ ਸੀਗਾ ਕਿ ਕਿਸਾਨਾਂ ਨੇ ਸੰਯੁਕਤ ਸਮਾਜ ਮੋਰਚਾ ਬਣਾ ਕੇ ਰਾਜਨੀਤੀ ਦੇ ਪਿੜ ਵਿੱਚ ਵੀ ਜਿਹੜੇ ਆ ਉਹ ਆਪਣੇ ਪੈਰ ਪਸਾਰਨ ਦਾ ਮਨ ਬਣਾਇਆ ਤਾਂ ਕਿ ਜਿਹੜੀ ਬੇਇਨਸਾਫੀ ਦੇ ਅਸੀਂ ਘੜੀ ਮੁੜੀ ਕੁੱਟ ਖਾਂਦੇ ਆ, ਸੜਕਾਂ ਤੇ ਆਉਂਦੇ ਆ, ਜੇਲ੍ਹਾਂ ਕੱਟਦੇ ਆ ਤੇ ਆਪਣੇ ਪੁਲਿਸ ਦੀਆਂ ਪਾਣੀ ਦੀਆਂ ਵਾਸ਼ਲਾਂ ਦਾ ਸਾਹਮਣਾ ਕਰਦੇ ਆ, ਉਹ ਸਾਨੂੰ ਨਾ ਕਰਨਾ ਪਵੇ। ਅਸੀਂ ਆਪਣੇ ਲਈ ਚੰਗੇ ਕਾਨੂੰਨ ਬਣਾਉਣ ਵਾਲੀ ਅਸੈਂਬਲੀ ਤੱਕ ਵੀ ਪਹੁੰਚ ਸਕੀਏ। ਇਹ ਵੀ ਇੱਕ ਵਿਲੱਖਣ ਤਜਰਬਾ ਸ਼ਾਇਦ ਜਿਹੜਾ ਵਾ ਉਹ ਇਸੇ ਵਰੇ ਦੇ ਅਖੀਰਲੇ ਦਿਨਾਂ 'ਚ ਕੀਤਾ ਗਿਆ। ਉਹਦੇ ਰਿਜ਼ਲਟ ਅਜੇ ਆਉਣੇ ਬਾਕੀ ਨੇ, ਚੰਗੇ ਜਾਂ ਮਾੜੇ ਉਹਦਾ ਅਸੀਂ ਦਾਅਵਾ ਨਹੀਂ ਕਰਦੇ। ਇਹ ਵੀ ਇੱਕ ਵੱਡੀ ਘਟਨਾ ਦੇ ਤੌਰ ਤੇ ਰਾਜਸੀ ਤੌਰ ਦੇ ਉੱਤੇ ਇਹਨੂੰ ਦੇਖਿਆ ਗਿਆ ਹੈ ਵੀ ਕਿਸਾਨ ਜਥੇਬੰਦੀਆਂ ਨੇ ਤੇ ਪ੍ਰਮੁੱਖ ਜਥੇਬੰਦੀਆਂ ਨੇ, ਕਿਸਾਨਾਂ ਦੀ ਪ੍ਰਮੁੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਇੱਕ ਨਵਾਂ ਇਤਿਹਾਸ ਸਿਰਜਿਆ। ਪੰਜਾਬ ਤੋਂ ਉੱਠ ਕੇ ਪਹਿਲਾਂ ਪੰਜਾਬ ਦੇ ਵਿੱਚ 8 ਕਿਸਾਨ ਜਥੇਬੰਦੀਆਂ ਇਕੱਠੀਆਂ ਕਿਤੇ ਨਾ ਕਿਤੇ ਸੰਘਰਸ਼ ਪਾਇਆ ਕਰਦੀਆਂ ਸੀ। ਬਾਕੀ ਜਥੇਬੰਦੀਆਂ ਛੋਟੀਆਂ ਵੱਡੀਆਂ ਆਪਣੇ ਆਪਣੇ ਲੈਵਲ ਤੇ ਉਹ ਕੰਮ ਕਰਦੀਆਂ ਰਹਿੰਦੀਆਂ ਸੀ, ਪਰ ਇਕੱਠੀਆਂ ਨਹੀਂ ਸੀ ਕਦੇ ਵੀ ਹੋਈਆਂ ਤੇ ਮਤਭੇਦ ਬਹੁਤ ਤਿੱਖੇ ਰਹੇ ਆ ਇਹਨਾਂ ਜਥੇਬੰਦੀਆਂ ਦੇ। ਪਰ ਨਵੇਂ ਹਾਲਾਤ ਜਿਹੜੇ ਬਣੇ, 3 ਖੇਤੀ ਕਾਨੂੰਨ ਜਦੋਂ ਲਿਆਂਦੇ ਗਏ, ਉਹ ਗੱਲ ਜਦੋਂ ਉੱਠੀ ਪੰਜਾਬ ਤੋਂ ਤੇ ਪਹਿਲਾਂ 8 ਤੇ ਫਿਰ 12 ਤੇ ਫਿਰ 15 ਤੇ ਫਿਰ ਹੌਲੀ ਹੌਲੀ ਦਿੱਲੀ ਪਹੁੰਚਦਿਆਂ 32 ਕਿਸਾਨ ਜਥੇਬੰਦੀਆਂ ਹੋ ਗਈ। ਉਹਨਾਂ 32 ਕਿਸਾਨ ਜਥੇਬੰਦੀਆਂ ਨੇ ਆਪਣੇ ਅੰਦੋਲਨ ਦੇ ਦੌਰਾਨ ਬਾਰ-ਬਾਰ ਇਹ ਗੱਲ ਦੁਹਰਾਈ ਕਿ ਜਦੋਂ ਤੱਕ ਅੰਦੋਲਨ ਜਿੱਤ ਕੇ ਅਸੀਂ ਵਾਪਸ ਨਹੀਂ ਆਉਂਦੇ, ਅਸੀਂ ਜਿਹੜੀ ਐਕਟਿਵ ਜਿਹੜੀ ਪੋਲਿਟਿਕਸ ਹੈ ਉਹਦੇ 'ਚ ਨਹੀਂ ਜਾਣਾ। ਇਹ ਗੱਲ ਵੀ ਕਹੀ ਗਈ ਕਿ ਹਾਂ ਅੰਦੋਲਨ ਜਿੱਤ ਕੇ ਜਾਵਾਂਗੇ ਤਾਂ ਫਿਰ ਹਰੇਕ ਜਥੇਬੰਦੀ ਦਾ ਆਪੋ ਆਪਣੇ ਤੌਰ ਤੇ ਉਹ ਸੁਤੰਤਰ ਹੈ, ਆਜ਼ਾਦ ਹੈ। ਜੇ ਕਿਸੇ ਨੇ ਜਾਂ ਕਿਸੇ ਜਥੇਬੰਦੀ ਦੇ ਆਗੂ ਨੇ ਪੋਲਿਟਿਕਸ 'ਚ ਜਾਣਾ ਤਾਂ ਉਹ ਜਾ ਸਕਦਾ, ਪਰ ਜਿੰਨੀ ਦੇਰ ਤੱਕ 3 ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਦਿੱਲੀੋਂ ਅਸੀਂ ਮੁੜਦੇ ਨਹੀਂ, ਉਨੀ ਦੇਰ ਤੱਕ ਅਸੀਂ ਸਿਆਸਤ ਦੇ ਵਿੱਚ ਨਹੀਂ ਜਾਣਾ। ਪਰ ਇਹ ਅੰਦੋਲਨ ਜਿੱਤਣ ਤੋਂ ਬਾਅਦ ਕਿਸੇ ਤੇ ਕੋਈ ਪਾਬੰਦੀ ਨਹੀਂ ਹੈ, ਇਹ ਗੱਲ ਕਹੀ ਗਈ। ਉਸ ਤੋਂ ਬਾਅਦ ਫਿਰ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ 2-3 ਦਿਨਾਂ ਦਾ ਪ੍ਰੋਸੈਸ ਸੀ ਜਿਹਦੇ 'ਚ ਇਹਨਾਂ ਜਥੇਬੰਦੀਆਂ ਨੇ ਮੀਟਿੰਗ ਦਰ ਮੀਟਿੰਗਸ ਕੀਤੀਆਂ ਤੇ ਇਹ ਫੈਸਲਾ ਕਰਨ ਵੱਲ ਵਧੇ ਕਿ ਸਾਡੇ ਤੇ ਇੱਕ ਦਬਾਅ ਆ, ਸਾਨੂੰ ਜਿਹੜੀ ਇਹ ਗੰਦਲੀ ਸਿਆਸਤ ਹੈ ਇਹਨੂੰ ਬਦਲ ਦੇਣ ਵਾਸਤੇ ਪੈਰਲਰ ਇੱਕ ਜਿਹੜੀ ਲੋਕ ਸਿਆਸਤ ਦੇ ਵਿੱਚ ਆਉਣਾ ਚਾਹੀਦਾ, ਚੋਣਾਂ 'ਚ ਉਤਰਨਾ ਚਾਹੀਦਾ। ਉਹਦੇ ਲਈ 32 ਜਥੇਬੰਦੀਆਂ ਤਿਆਰ ਹੋਈਆਂ, ਬਾਕੀ ਜਥੇਬੰਦੀਆਂ ਬਾਹਰ ਹੈ ਤੇ ਉਹ 32 ਜਥੇਬੰਦੀਆਂ ਨੇ ਜਿਹੜਾ ਸੰਯੁਕਤ ਸਮਾਜ ਮੋਰਚਾ ਬਣਾਇਆ। ਇਹਨੂੰ ਇੱਕ ਵੱਡੀ ਘਟਨਾ ਦੇ ਤੌਰ ਤੇ ਪੰਜਾਬ 'ਚ ਦੇਖਿਆ ਜਾ ਰਿਹਾ ਹੈ। ਨਤੀਜੇ ਕਿਵੇਂ ਦੇ ਆਉਂਦੇ ਆ, ਕਿਵੇਂ ਇਹ ਲੜਦੇ ਆ, 117 ਦੀਆਂ 17 ਸੀਟਾਂ ਤੇ ਲੜਦੇ ਆ ਜਾਂ ਹਾਲੇ ਵੀ ਕਿਸੇ ਨਾਲ ਤਾਲਮੇਲ ਦੀ ਕੋਈ ਸੰਭਾਵਨਾ ਹੈ, ਇਹ ਤਾਂ ਭਵਿੱਖ ਦੇ ਗਰਭ ਦੇ ਵਿੱਚ ਜਾਂ ਹਫ਼ਤੇ 10 ਦਿਨਾਂ 'ਚ ਸਾਰੀਆਂ ਚੀਜ਼ਾਂ ਸਪਸ਼ਟ ਹੋ ਜਾਣੀਆਂ। ਪਰ ਇਹਨੂੰ ਇੱਕ ਵੱਡੀ ਘਟਨਾ ਦੇ ਤੌਰ ਤੇ ਤਾਂ ਲਾਜ਼ਮੀ ਤੌਰ ਦੇ ਉੱਤੇ ਮੰਨਿਆ ਜਾ ਰਿਹਾ ਹੈ। ਨਤੀਜੇ ਉਹਨਾਂ ਹਾਲਾਤ ਦੇ ਉੱਤੇ ਨਿਰਭਰ ਕਰਦੇ ਨੇ ਜਦੋਂ ਕੰਪੇਨ 'ਚ ਜਾਣਗੇ ਤੇ ਲੋਕਾਂ ਵੱਲੋਂ ਹੁੰਗਾਰਾ ਕਿਸ ਲੈਵਲ ਦਾ ਮਿਲਦਾ ਹੈ ਤੇ ਬਾਕੀ ਪੋਲੀਟੀਕਲ ਪਾਰਟੀਆਂ ਵੀ ਕਿਸ ਢੰਗ ਦੇ ਨਾਲ ਪ੍ਰਦਰਸ਼ਨ ਕਰਦੀਆਂ, ਉਹਦੇ ਤੋਂ ਬਾਅਦ ਨਤੀਜਿਆਂ ਬਾਰੇ ਕੁਝ ਅੰਦਾਜ਼ੇ ਵੀ ਲਾਏ ਜਾ ਸਕਣਗੇ। ਹਾਲ ਫਿਲਹਾਲ ਇਹਨੂੰ ਇੱਕ ਵੱਡੀ ਰਾਜਸੀ ਘਟਨਾ ਦੇ ਤੌਰ ਤੇ ਦੇਖਿਆ ਜਾਣਾ ਚਾਹੀਦਾ। ਜੀ ਦਸਾਂਝ ਸਾਹਿਬ, ਇੱਕ ਰਾਜਨੀਤਿਕ ਘਟਨਾ ਹੋਰ ਜਿਹੜੀ ਮੈਂ ਕਰ ਲੈਣੀ ਚਾਹੁੰਦਾ ਹਾਂ ਉਹ ਪੰਜਾਬ ਦੇ ਸੰਦਰਭ 'ਚ ਆ ਕਿ ਆਪਾਂ 15 ਤੋਂ ਲੈ ਕੇ ਹੁਣ ਤੱਕ ਰੋਜ਼ ਚਰਚਾ ਕਰਦੇ ਰਹੇ ਬੇਅਦਬੀ ਦੀਆਂ ਘਟਨਾਵਾਂ ਦੀ ਤੇ ਨਾਲ ਦੀ ਨਾਲ ਨਸ਼ਿਆਂ ਦੇ ਫੈਲੇ ਜਾਲ ਦੀ। ਗੁਟਕਾ ਸਾਹਿਬ ਦੀ ਸਹੁੰ ਚੁੱਕੀ ਗਈ ਸਾਡੇ ਰਾਸ਼ਟਰੀ ਨੇਤਾ ਵੱਲੋਂ ਤੇ ਕਿਹਾ ਗਿਆ ਕਿ ਮੈਂ 4 ਹਫ਼ਤਿਆਂ 'ਚ ਨਸ਼ਾ ਜਿਹੜਾ ਉਹਦਾ ਖਾਤਮਾ ਕਰ ਦਿਆਂਗਾ, ਹੋਰ ਕਰਨਾ। ਹੋਇਆ ਇਹ ਕਿ ਉਲਟਾ ਕੱਲਾ ਕੈਮੀਕਲ ਨਸ਼ਾ ਹੀ ਨਹੀਂ, ਹੁਣ ਤੇ ਜਾਲੀ ਸ਼ਰਾਬ ਵੀ ਬਣ ਲੱਗ ਪਈ। 150 ਦੇ ਕਰੀਬ ਬੰਦਿਆਂ ਦੀਆਂ ਮੌਤਾਂ ਹੋ ਗਈਆਂ, ਕਈ ਸ਼ਰਾਬ ਦੀਆਂ ਜਾਲੀ ਫੈਕਟਰੀਆਂ ਫੜੀਆਂ ਗਈਆਂ। ਜੋ ਕੁਝ ਚੱਲ ਰਿਹਾ ਉਹ ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ ਤੇ ਉੱਤੇ ਬਹੁਤਾ ਲੰਬਾ ਸਮਾਂ ਲਾਉਣ ਦੀ ਲੋੜ ਨਹੀਂ।
ਪਰ ਇੱਕ ਰਾਜਨੀਤਿਕ ਆਗੂ ਤੇ ਇਹਨਾਂ ਦੇ ਦਿਨਾਂ ਦੇ ਅਖੀਰ 'ਚ ਪਰਚਾ ਵੀ ਹੋਇਆ, ਜਿਹੜਾ ਕਿ ਮੰਨਿਆ ਜਾ ਰਿਹਾ ਸੀਗਾ ਕਿ ਉਹਨੂੰ ਬੜੇ ਪਾਸਿਓਂ ਸ਼ੈਲਟਰ ਮਿਲਿਆ ਹੋਇਆ, ਕੇਂਦਰ ਦੀ ਸਰਕਾਰ ਤੱਕ ਉਹਦਾ ਵਾਲ ਵਿੰਗਾ ਨਹੀਂ ਹੋ ਸਕਦਾ। ਹੁਣ ਮਾਮਲਾ ਭਾਵੇਂ ਕੋਰਟ 'ਚ ਆ, ਪਰ ਇਹ ਵੀ ਇੱਕ ਵੱਡੀ ਰਾਜਨੀਤਿਕ ਘਟਨਾ ਜ਼ਰੂਰ ਹੋਈ ਆ ਕਿ ਇੱਕ ਵੱਡਾ ਆਗੂ ਜਿਹੜਾ ਆਪਣੇ ਆਪ ਨੂੰ ਧਨੰਤਰ ਸਮਝਦਾ ਸੀਗਾ, ਉਹਦੇ ਤੇ ਪਰਚਾ ਹੋਣਾ ਵੀ ਇੱਕ ਕਿਸਮ ਦੀ ਜਿਹੜੀ ਆ ਉਹ ਵੱਡੀ ਘਟਨਾ ਹੈ ਪੰਜਾਬ ਦੇ ਸੰਦਰਭ 'ਚ। ਬਿਲਕੁਲ ਵੱਡੀ ਘਟਨਾ ਹੈ। ਜਿਹੜੇ ਕਹਿੰਦੇ ਸੀ ਵੀ ਸਾਨੂੰ ਕੋਈ ਹੱਥ ਹੀ ਨਹੀਂ ਪਾ ਸਕਦਾ, ਜਿਹੜੇ ਇਹ ਕੋਰਟ 'ਚ ਜਾ ਕੇ ਕਹਿੰਦੇ ਰਹੇ ਕਿ ਮੈਨੂੰ ਪਾਰਟੀ ਬਣਾਓ, ਤੇ ਅਦਾਲਤ ਮਾਣਯੋਗ ਨੇ ਕਿਹਾ ਕਿ ਜੇ ਤੁਹਾਡਾ ਨਾਂ ਹੀ ਇਹਦੇ 'ਚ ਹੈ ਨਹੀਂ ਤੇ ਤੁਹਾਨੂੰ ਪਾਰਟੀ ਬਣਨ ਦੀ ਕੀ ਲੋੜ ਹੈ। ਹੁਣ ਜਦੋਂ FIR ਦਰਜ ਹੋ ਗਈ ਤੇ ਪਾਰਟੀ ਬਣ ਹੀ ਗਏ ਹੋ, ਤੇ ਹੁਣ ਉਹ ਲੁਕ ਰਹੇ ਨੇ, ਛੁਪ ਰਹੇ ਨੇ, ਰੂਪੋਸ਼ ਨੇ। ਸੋ ਅਦਾਲਤ ਜਾਂ ਕਾਨੂੰਨ ਵੱਖਰੀ ਗੱਲ ਹੈ ਕਿ ਤੁਸੀਂ ਜਾਂ ਵਿਰੋਧੀ ਜਿਹੜੇ ਆ ਇਹ ਇੱਕ ਦਲੀਲ ਦੇ ਸਕਦੇ ਆ ਵੀ ਦੇਖੋ ਚੋਣਾਂ ਸਿਰ ਤੇ ਸੀ, ਚੋਣਾਂ 'ਚ ਲਾਭ ਲੈਣ ਵਾਸਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ, ਬਦਲਾ ਲਓ ਸਿਆਸਤ ਹੈ ਜੀ। ਇਹ ਗੱਲ ਉਹਨਾਂ ਨੇ ਅਦਾਲਤ ਵਿੱਚ ਵੀ ਕਹੀ ਜ਼ਮਾਨਤ ਲੈਣ ਵਾਸਤੇ, ਪਰ ਅਦਾਲਤ ਨੇ ਇਸ ਗੱਲ ਤੇ ਕੰਨ ਨਹੀਂ ਧਰੇ। ਤੇ 2015 ਤੋਂ ਬਾਅਦ ਹੁਣ ਤੱਕ ਜਿਸ ਤਰ੍ਹਾਂ ਦੀਆਂ ਚੀਜ਼ਾਂ ਹੋਰ ਵਾਪਰੀਆਂ, ਬੇਅਦਬੀ ਦੇ ਮਾਮਲੇ ਵੀ ਹੈ ਤੇ ਉਹਨਾਂ ਦਾ ਵੀ ਕੋਈ ਇਨਸਾਫ ਨਹੀਂ ਹੈ। ਤੇ ਡਰੱਗ ਦਾ ਜਿਹੜਾ ਮਾਮਲਾ ਆ, ਜਿਹਦੇ 'ਚ ਮਤਲਬ 6000 ਕਰੋੜ ਰੁਪਏ ਦੀ ਡਰੱਗ ਦੀ ਸਮਗਲਿੰਗ ਦਾ ਜਿਹੜਾ ਪੂਰਾ ਰੈਕਟ ਹੈ, ਜਿਹਦੇ 'ਚ ਜਗਦੀਸ਼ ਭੋਲੇ ਨੇ ਵੀ, ਜਿਹੜਾ ਸਾਬਕਾ DSP ਆ, ਉਹਨੇ ਪਹਿਲੀ ਵਾਰ ਉਹਨੇ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਿਆ। ਤੇ ਫਿਰ ਬਾਅਦ ਵਿੱਚ ਬਹੁਤ ਸਾਰੀ ਜਿਹੜੀਆਂ ਤਾਰਾਂ ਹੋਰ ਜੁੜੀਆਂ, ਤੇ ਉਹਦੇ ਆਧਾਰ ਦੇ ਉੱਤੇ ED ਦੀ ਜਿਹੜੀ ਰਿਪੋਰਟ ਹੈ ਜਾਂ STF ਦੀ ਜਿਹੜੀ ਰਿਪੋਰਟ ਹੈ, ਉਹਦੇ ਆਧਾਰ ਤੇ ਫਿਰ ਜਿਹੜੀ FIR ਦਰਜ ਕੀਤੀ ਗਈ। 49 ਸਫ਼ੇ ਦੀ FIR ਤੇ ਅਦਾਲਤ ਵਿੱਚ ਪੇਸ਼ ਕੀਤੇ ਗਏ 150 ਸਫ਼ੇ ਦੇ ਹੋਰ ਕਾਗਜ਼ ਪੱਤਰ, ਜਿਨ੍ਹਾਂ 'ਚ ਬਹੁਤ ਸਾਰੇ ਐਵੀਡੈਂਸ ਹੈ। ED ਤੇ STF ਦੀ ਰਿਪੋਰਟ ਵੀ ਨਾਲ ਨੱਥੀ ਹੈ। ਤੇ ਐਡਾ ਕੇਸ ਬਣਾ ਕੇ ਜਿਹੜਾ ਰੱਖਿਆ ਗਿਆ, ਤੇ ਉਹਦੇ ਕਰਕੇ ਜ਼ਮਾਨਤ ਮਿਲਣੀ ਔਖੀ ਹੋਈ ਪਈ ਹੈ। ਜਿਹੜਾ ਇਹ ਕਿਹਾ ਜਾ ਰਿਹਾ ਸੀ ਕਿ ਇਹ ਤਾਂ ਮਿਲੀ ਭਗਤ ਹੈ ਜੀ, ਜਿੱਦਾਂ ਰਾਘਵ ਚੱਡੇ ਨੇ ਆਮ ਆਦਮੀ ਪਾਰਟੀ ਦੇ ਉਹ ਇੰਚਾਰਜ ਨੇ ਦੋਸ਼ ਲਾਏ ਸੀ ਕਿ ਮੁੱਖ ਮੰਤਰੀ ਚੰਨੀ ਤੇ ਸੁਖਬੀਰ ਬਾਦਲ ਦੀ ਕੋਈ ਮੀਟਿੰਗ ਹੋਈ ਹੈ, ਤੇ ਉਹਦੇ 'ਚ ਤੈਅ ਹੋਇਆ ਕਿ ਮਜੀਠੀਆ ਨੂੰ ਜਿਹੜਾ ਉੱਥੇ ਕੇਸ ਦਰਜ ਹੋਏਗਾ ਤੇ ਇੱਕ ਦਿਨ ਵਾਸਤੇ ਪੁਲਿਸ ਹਿਰਾਸਤ 'ਚ ਰਹਿਣਗੇ, ਦੂਜੇ ਦਿਨ ਜ਼ਮਾਨਤ ਹੋ ਜੂ। ਉਹ ਗੱਲਾਂ ਖਤਮ ਜਿਹੀਆਂ ਹੋ ਗਈਆਂ ਲੱਗਦੀਆਂ। ਤੇ ਅਦਾਲਤ ਨੇ 5 ਜਨਵਰੀ ਤੱਕ ਇਹ ਮਾਮਲਾ ਟਾਲਿਆ, ਕਿਉਂਕਿ ਦੋਵੇਂ ਧਿਰਾਂ ਸੁਣਵਾਈ ਲਈ ਪੇਸ਼ ਨਹੀਂ ਸੀ ਹੋਈਆਂ। ਮੁਸੀਬਤ ਵਧੀ ਹੋਈ ਹੈ ਕੇਵਲ ਬਿਕਰਮ ਸਿੰਘ ਮਜੀਠੀਆ ਦੀ ਨਹੀਂ, ਸ਼੍ਰੋਮਣੀ ਅਕਾਲੀ ਦਲ ਦੀ ਵੀ, ਕਿਉਂਕਿ ਚੋਣਾਂ ਹੈਗੀਆਂ ਤੇ ਚੋਣਾਂ ਲਈ ਕੰਪੇਨ ਵਾਸਤੇ ਹੁਣ ਉਹਨਾਂ ਕੋਲ ਸਟਾਰ ਪ੍ਰਚਾਰਕ ਇੱਕ ਜਿਹੜਾ ਬਹੁਤ ਊਰਜਾਵਾਨ ਵੀ ਹੈ, ਉਹ ਜਿਹੜਾ ਨਹੀਂ ਹੈ। ਇੰਨੀ ਦੇਰ ਤੱਕ ਉਹਦੀ ਜ਼ਮਾਨਤ ਨਹੀਂ ਹੁੰਦੀ, ਉਹ ਚੋਣ ਮੈਦਾਨ 'ਚ ਆ ਨਹੀਂ ਸਕਦੇ। ਤੇ ਸ਼ਾਇਦ ਉਹ ਸੋਚ ਰਹੇ ਹੋਣਗੇ ਉਹਨਾਂ ਦੇ ਵਕੀਲ ਵੀ ਪੇਸ਼ ਹੀ ਹੋਇਆ ਜਾਏ, ਪਰ ਪੇਸ਼ ਹਾਲੇ ਤੱਕ ਉਹ ਹੋਏ ਨਹੀਂ। 5 ਜਨਵਰੀ ਤੱਕ ਹਾਲੇ ਗੱਲ ਲਟਕ ਗਈ ਜੀ। ਦਸਾਂਝ ਸਾਹਿਬ, ਇੱਕ ਖਬਰ ਸੰਯੁਕਤ ਸਮਾਜ ਮੋਰਚੇ ਵੱਲੋਂ ਆ ਰਹੀ ਆ ਕਿ ਉਹਨਾਂ ਨੇ ਆਖਰਕਾਰ ਫੈਸਲਾ ਕਰ ਲਿਆ ਹੈ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਰਾਹ ਨਹੀਂ ਦੇ ਰਹੀ ਤੇ ਉਹ ਇੰਡੀਪੈਂਡੈਂਟ ਆਪਣੇ ਬਲਬੂਤੇ ਚੋਣਾਂ ਲੜਨਗੇ। ਤੇ 2 ਤਰੀਕ ਨੂੰ ਜਲੰਧਰ ਦੇ ਵਿੱਚ ਉਹਨਾਂ ਇੱਕ ਕਨਵੈਨਸ਼ਨ ਰੱਖ ਲਈ ਆ। ਕੁਲਵੰਤ ਸਿੰਘ ਸੰਧੂ ਹੋਰਾਂ ਦਾ ਬਿਆਨ ਆਇਆ ਕਿ ਸਾਡੇ ਚੋਂ ਬਹੁਤੀਆਂ ਜਿਹੜੀਆਂ ਧਿਰਾਂ ਸੀ ਉਹ ਚਾਹੁੰਦੀਆਂ ਹੀ ਨਹੀਂ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਚੋਣ ਲੜੀਏ। ਸੋ ਹੁਣ ਉਹ ਆਪਣੇ ਬਲਬੂਤੇ ਮੈਦਾਨ 'ਚ ਉਤਰਨ ਦੀ ਉਹਨਾਂ ਨੇ ਆਖਰਕਾਰ ਇਹ ਫੈਸਲਾ ਕਰ ਲਿਆ। ਜਿਹੜੀ ਖਬਰ ਕਈ ਦਿਨਾਂ ਤੋਂ ਉਡੀਕੀ ਜਾ ਰਹੀ ਸੀ ਕਿ ਕੀ ਉਹ ਆਮ ਆਦਮੀ ਪਾਰਟੀ ਨਾਲ ਮਿਲ ਕੇ ਲੜਦੇ ਆ ਜਾਂ ਇਕੱਲੇ ਲੜਦੇ ਆ। ਸੋ ਆਖਰਕਾਰ ਇਹ ਫੈਸਲਾ ਹੋ ਗਿਆ ਤੇ ਹੁਣ ਮੈਨੂੰ ਲੱਗਦਾ ਹੈ ਕਿ ਕਿਸਾਨਾਂ ਵੱਲੋਂ ਵੀ ਵੱਡੇ ਲੈਵਲ ਤੇ ਸਰਗਰਮੀ ਜਿਹੜੀ ਇਹ ਸ਼ੁਰੂ ਕੀਤੀ ਜਾਊਗੀ ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਕਿ ਪੰਜਾਬ ਦੇ ਵੋਟਰ ਦਾ ਰੁਝਾਨ ਕੀ ਆ। ਬਿਲਕੁਲ, ਵੋਟਰ ਦਾ ਰੁਝਾਨ ਵੀ ਪਤਾ ਲੱਗੇਗਾ ਤੇ ਕਿਹੜੇ ਲੋਕ ਹੋਰ ਜਿਹੜੇ ਆ ਸੰਯੁਕਤ ਸਮਾਜ ਮੋਰਚੇ ਨਾਲ ਜੁੜਦੇ ਆ, ਕਿਉਂਕਿ ਉਹਨਾਂ ਨੇ ਮੈਂਬਰਸ਼ਿਪ ਵੀ ਓਪਨ ਕੀਤੀ ਹੋਈ ਹੈ। ਪਰ ਉਹ ਪੁਣਛਾਣ ਕੇ ਉਹ ਕਹਿੰਦੇ ਆ ਕਿ ਇਹ ਨਹੀਂ ਹੈ ਕਿ ਕੋਈ ਭਾਰਤੀ ਜਨਤਾ ਪਾਰਟੀ ਦਾ ਲੀਡਰ, ਕੋਈ ਆਮ ਆਦਮੀ ਪਾਰਟੀ ਦਾ ਲੀਡਰ ਦੀ ਮੈਂ ਗੱਲ ਕਰ ਰਿਹਾ, ਜਾਂ ਅਕਾਲੀ ਦਲ ਜਾਂ ਕਾਂਗਰਸ ਦਾ ਲੀਡਰ, ਜਿਨ੍ਹਾਂ ਨੂੰ ਆਪਣੀ ਪਾਰਟੀ ਟਿਕਟਾਂ ਨਾ ਮਿਲਣ, ਉਹ ਟਿਕਟ ਲੈਣ ਵਾਸਤੇ ਸੰਯੁਕਤ ਸਮਾਜ ਮੋਰਚੇ 'ਚ ਚੱਲ ਜਾਵੇ, ਉਹਦੇ ਲਈ ਦਰਵਾਜ਼ੇ ਬੰਦ ਹੈ ਜੋ ਸਾਨੂੰ ਦੱਸਿਆ ਗਿਆ। ਹਾਂ, ਜਿਹੜਾ ਕਾਡਰ ਹੈ, ਓਨੈਸਟ ਕਾਡਰ ਹੈ ਕਿਸੇ ਵੀ ਧਿਰ ਦਾ, ਜਿੱਦਾਂ ਡਾਕਟਰ ਸੁਲੈਮਾਨ ਨੇ ਵੀ ਇਸ ਗੱਲ ਦਾ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦਾ ਬਹੁਤ ਸਾਰਾ ਕਾਡਰ ਜਿਹੜਾ ਆ ਉਹ ਸੰਯੁਕਤ ਸਮਾਜ ਮੋਰਚੇ ਦੇ ਨਾਲ ਆਉਣਾ ਚਾਹੁੰਦਾ ਹੈ।
ਤੇ ਕਿਉਂਕਿ ਅਨਸਟੇਬਿਲਿਟੀ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਬਣੀ ਹੋਈ ਹੈ ਕਈ ਮਾਮਲਿਆਂ ਨੂੰ ਲੈ ਕੇ। ਸੋ ਸੰਯੁਕਤ ਸਮਾਜ ਮੋਰਚੇ ਦੀ ਕਨਵੈਨਸ਼ਨ ਜਲੰਧਰ ਦੇਸ਼ ਭਗਤ ਹਾਲ 'ਚ ਰੱਖੀ ਗਈ ਹੈ ਤੇ ਉਹਦੇ ਚੋਂ ਸ਼ਾਇਦ ਇੱਕ ਕ੍ਰਕਸ ਜਾਂ ਨਿਕਲੇਗਾ, ਪਤਾ ਲੱਗੇਗਾ ਕਿ ਕਿਸ ਤਰ੍ਹਾਂ ਉਹਨਾਂ ਨੇ ਚੋਣ ਮੈਦਾਨ 'ਚ ਉਤਰਨਾ ਆ ਤੇ ਕਿਵੇਂ ਕਿਵੇਂ ਟੀਮਾਂ, ਸ਼ਾਇਦ ਮੈਨੂੰ ਲੱਗਦਾ ਉਹ ਟੀਮਾਂ ਜਿਹੜੀਆਂ ਉਦਣ ਅਨਾਉਂਸ ਹੋ ਜਾਣਗੀਆਂ ਡਿਸਟ੍ਰਿਕਟ ਲੈਵਲ ਦੇ ਉੱਤੇ ਵੀ, ਬਲਾਕ ਲੈਵਲ ਦੇ ਉੱਤੇ ਵੀ, ਪਿੰਡ ਪਿੰਡ ਤੱਕ ਜਿਹੜੀਆਂ ਟੀਮਾਂ ਬਣਨ ਦੀ ਜਿਹੜੀ ਸੰਭਾਵਨਾ ਦਰਸਾਈ ਗਈ ਹੈ। ਸੋ ਇੱਕ ਮਜ਼ਬੂਤ ਆਧਾਰ ਤਾਂ ਜ਼ਰੂਰ ਹੈ ਸੰਯੁਕਤ ਸਮਾਜ ਮੋਰਚੇ ਕੋਲ, ਹਰ ਪਿੰਡ 'ਚ ਗੱਲ ਹੁੰਦੀ ਹੈ ਕਿਸਾਨਾਂ ਦੀ, ਤੇ ਇੱਕ ਮਜ਼ਬੂਤ ਕਾਡਰ ਵੀ ਹੈ, ਟ੍ਰੇਨਡ ਕਾਡਰ ਹੈ, ਟ੍ਰੇਨਡ ਯਾਨੀ ਮਤਲਬ ਪਹਿਲਾਂ ਹੀ ਪੰਜਾਬ ਦੇ ਜਿਹੜੇ ਕਿਸਾਨ ਸੰਗਠਨ ਹੈ ਇਹਨਾਂ ਦੇ ਲੋਕ ਪਹਿਲਾਂ ਹੀ ਸੰਘਰਸ਼ਾਂ 'ਚ ਰਹੇ ਆ, ਪਰ 1.5 ਸਾਲ ਦੀ ਤਾਂ ਬਹੁਤ ਸਖਤ ਟ੍ਰੇਨਿੰਗ ਉਹਨਾਂ ਨੂੰ ਮੈਦਾਨ 'ਚ ਰਹਿਣ ਦੀ ਮਿਲ ਗਈ ਹੈ ਜਦੋਂ ਕਿਸਾਨ ਅੰਦੋਲਨ ਦੇ ਵਿੱਚ ਸੀਗੇ, ਉਹ ਚਾਹੇ ਪੰਜਾਬ ਦੇ ਮੋਰਚਾ ਚਾਹੇ ਦਿੱਲੀ ਦੇ ਮੋਰਚਿਆਂ ਦੇ ਵਿੱਚ। ਸੋ ਭਵਿੱਖ ਕਿੱਦਾਂ ਦਾ ਉਸਾਰਦੇ ਆ, ਚੋਣ ਕਿਵੇਂ ਲੜਦੇ ਆ, ਕਿਵੇਂ ਫੰਡਿੰਗ ਜਿਹੜੀ ਕਿੱਥੋਂ ਅਰੇਂਜ ਕਰਦੇ ਆ, ਤੇ ਇਹ ਸਾਰਾ ਕੁਝ ਜ਼ਰੂਰੀ ਹੁੰਦਾ ਹੈ। ਤੇ ਲੋਕਾਂ ਤੱਕ ਅਪਰੋਚ ਕਿਸ ਕਿਸਮ ਦੀ ਹੈ, ਇਲੈਕਸ਼ਨ ਲਈ ਕਿਸ ਤਰ੍ਹਾਂ ਦਾ ਉਹਨਾਂ ਦਾ ਡਾਕੂਮੈਂਟ ਆਉਂਦਾ ਆ, ਪੰਜਾਬ ਦਾ ਏਜੰਡਾ ਜਿਹੜਾ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਉਹ ਰੱਖਣਗੇ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਵਾਲੀਆਂ ਰਹਿਣਗੀਆਂ। ਜਲੰਧਰ ਵਾਲੀ ਕਨਵੈਨਸ਼ਨ ਤੋਂ ਬਾਅਦ ਕੁਝ ਚੀਜ਼ਾਂ ਹੋਰ ਸਪਸ਼ਟ ਹੋਣਗੀਆਂ ਜੀ। ਬਿਲਕੁਲ ਦਸਾਂਝ ਸਾਹਿਬ, ਸਮਾਂ ਆਪਣਾ ਹੋ ਗਿਆ। ਖਬਰਾਂ ਤੇ ਬਹੁਤ ਸਾਰੀਆਂ ਸੀ। ਅੱਜ ਮੇਰੇ ਸਾਹਮਣੇ ਇੱਕ ਅਮਿਤ ਸ਼ਾਹ ਦਾ ਬੜਾ ਭੈੜਾ ਜਿਹਾ ਬਿਆਨ ਆਇਆ ਸੀ, ਨਜ਼ਰ 'ਚ ਆ ਰਿਹਾ ਸੀ ਕਿ ਉਹ ਪਹਿਲਾਂ ਤੇ 3 ਮੰਦਿਰਾਂ 'ਚ ਗਏ ਆ, ਮੰਦਿਰ ਜਾ ਕੇ ਤੇ ਬੰਦਾ ਉਦਾਂ ਨਿਰਮਲ ਹੋ ਜਾਣਾ ਚਾਹੀਦਾ, ਤੇ ਬਾਹਰ ਆ ਕੇ ਉਹ ਸੰਬੋਧਨ ਹੁੰਦੇ ਨੇ ਸਮਾਜਵਾਦ ਪਾਰਟੀ ਦੇ ਚੀਫ ਨੂੰ ਕਿ ਤੇਰੀਆਂ 3 ਪੁਸ਼ਤਾਂ ਵੀ ਆ ਜਾਣ ਤੇ 370 ਧਾਰਾ ਨਹੀਂ ਬਦਲਾ ਸਕਦੀਆਂ ਤੇ ਨਾ ਜੰਮੂ ਕਸ਼ਮੀਰ ਇਕੱਠਾ ਕਰ ਸਕਦੀਆਂ। ਯਾਨੀ ਕਿ ਹੰਕਾਰ ਹਾਲਾਂ ਵੀ ਉਹਨਾਂ ਦੇ ਸਿਰ ਚੜ ਬੋਲਦਾ ਆ। ਇੱਕ ਵੱਡੀ ਖਬਰ, ਨਵਜੋਤ ਸਿੱਧੂ ਤੇ ਮੰਤਰੀਆਂ ਦਾ ਪਿਆ ਫਿਰ ਕਲੇਸ਼ ਆ। ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਲਈ ਫਿਰ ਸਾਰੇ ਰਾਹ ਬੰਦ, ਪਤਾ ਨਹੀਂ ਹੁਣ ਕੀ ਬਣਦਾ। ਮੰਤਰੀ ਵੀ ਕਹੀ ਜਾਂਦੇ ਇਹਦਾ ਕੁਝ ਕਰੋ ਤੇ ਸਿੱਧੂ ਸਾਹਿਬ ਵੀ ਕਹੀ ਜਾਂਦੇ ਮੇਰਾ ਕੁਝ ਕਰੋ, ਪਤਾ ਨਹੀਂ ਹੁਣ ਕੀ ਬਣਨਾ। ਸਮਾਂ ਨਹੀਂ ਹੈ ਅੱਜ ਇਹਨਾਂ ਗੱਲਾਂ ਲਈ। ਖਬਰਾਂ ਤੇ ਬਹੁਤ ਸੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਜੀ ਕੋਈ ਨਹੀਂ, ਕੱਲ ਇਹਨਾਂ ਗੱਲਾਂ ਤੋਂ ਆਪਾਂ ਕੰਟੀਨਿਊ ਕਰਾਂਗੇ ਜੀ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਤੇ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਨਵੇਂ ਵਰ੍ਹੇ ਦੀਆਂ ਇੱਕ ਵਾਰ ਫਿਰ ਮੁਬਾਰਕਾਂ। ਤੁਹਾਡਾ ਚੜ੍ਹਨ ਵਾਲਾ ਨਵਾਂ ਸਾਲ ਸਾਰੇ ਜਗਤ ਨੂੰ ਨਵੇਂ ਸਾਲ ਦੀਆਂ। ਬਿਲਕੁਲ ਜੀ, ਤੁਹਾਨੂੰ ਵੀ, ਪਰਿਵਾਰ ਨੂੰ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਇੱਕ ਵਾਰੀ ਫਿਰ ਨਵੇਂ ਵਰ੍ਹੇ ਦੀਆਂ ਅਸੀਂ ਵੀ ਇਸ ਪਲੇਟਫਾਰਮ ਤੋਂ ਜਿਹੜੀਆਂ ਉਹ ਸ਼ੁਭ ਕਾਮਨਾਵਾਂ ਭੇਟ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਨਵਾਂ ਵਰ੍ਹਾ ਘੱਟੋ ਘੱਟ ਇਸ ਵਰ੍ਹੇ ਵਰਗਾ ਨਹੀਂ ਹੋਊਗਾ, ਉਹ ਚੰਗੀਆਂ ਉਮੀਦਾਂ ਲੈ ਕੇ ਆਵੇ, ਸਭ ਨੂੰ ਚੰਗਾ ਸਿਹਤ ਮਿਲੇ ਔਰ ਤਰੱਕੀ ਮਿਲੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸ਼ੁਕਰੀਆ।